ਹੈਲੋ ਫਰੈਂਡਸ, मैं ਕਰਨਵੀਰ ਸਿੰਘ ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਤੁਹਾਡੇ ਆਪਣੇ ਚੈਨਲ ਪੰਜਾਬ ਐਜੂਕੇਸ਼ਨ ਬਾਈ ਕਰਮ ਉੱਪਰ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਹਿਸਟਰੀ ਆਫ ਪੰਜਾਬ ਬਾਰੇ, ਯਾਨੀ ਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੰਜਾਬ ਦਾ ਇਤਿਹਾਸ ਦੇਖਾਂਗੇ। ਪੰਜਾਬ ਦੇ ਇਤਿਹਾਸ ਦੇ ਵਿੱਚ ਜੀ ਇੱਕ ਬਹੁਤ ਹੀ ਮੁੱਖ ਟੌਪਿਕ ਆ ਜਾਂਦਾ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਜੀ ਸਿੱਖ ਧਰਮ ਦਾ ਵਿਕਾਸ। ਇਸ ਦੇ ਵਿੱਚ ਆਪਾਂ ਦੇਖਾਂਗੇ ਜੀ ਕਿ ਸਿੱਖ ਧਰਮ ਦੀ ਸ਼ੁਰੂਆਤ ਕਿਵੇਂ ਹੁੰਦੀ ਹੈ, ਕਿਵੇਂ ਉਹ ਹੌਲੀ ਹੌਲੀ ਜੋ ਸਿੱਖ ਧਰਮ ਹੈ ਜੀ ਉਹ ਪੰਜਾਬ ਦੇ ਵਿੱਚ ਪ੍ਰਫੁੱਲਿਤ ਹੁੰਦਾ ਹੈ, ਉਸ ਦਾ ਵਿਕਾਸ ਹੁੰਦਾ ਹੈ। ਜੋ ਅੱਜ ਦਾ ਆਪਣਾ ਇਹ ਟੌਪਿਕ ਹੈ ਜੀ ਡਿਵੈਲਪਮੈਂਟ ਆਫ ਸਿੱਖਿਜ਼ਮ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ ਜੀ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ। ਜੇਕਰ ਆਪਾਂ ਸਪੈਸ਼ਲੀ ਗੱਲ ਕਰੀਏ ਜੀ ਮਾਸਟਰ ਕਾਡਰ, ਪੀਐਸ ਟੈਟ ਜਾਂ ਕੋਈ ਵੀ ਹੋਰ ਗਵਰਨਮੈਂਟ ਕੰਪੀਟੀਟਿਵ ਐਗਜ਼ਾਮ ਜਿਸ ਦੇ ਵਿੱਚ ਪੰਜਾਬ ਦੀ ਹਿਸਟਰੀ ਦੇ ਰਿਲੇਟਡ ਪ੍ਰਸ਼ਨ ਆਉਂਦੇ ਆ, ਤਾਂ ਉਸ ਦੇ ਵਿੱਚ ਜੀ ਇਹ ਜੋ ਆਪਣਾ ਟੌਪਿਕ ਹੈ ਇੱਕ ਮੁੱਖ ਰੋਲ ਅਦਾ ਕਰਦਾ ਹੈ। ਇਸ ਦੇ ਵਿੱਚੋਂ ਬਹੁਤ ਜ਼ਿਆਦਾ ਪ੍ਰਸ਼ਨ ਆਉਂਦੇ ਨੇ। ਇਸ ਦੇ ਲਈ ਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਸ ਟੌਪਿਕ ਨੂੰ ਡਿਸਕਸ ਕਰਾਂਗੇ ਅਤੇ ਤੁਸੀਂ ਇਸ ਵੀਡੀਓ ਨੂੰ ਜੀ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਦੇਖਣਾ ਤਾਂ ਕਿ ਤੁਸੀਂ ਵਧੀਆ ਤਰੀਕੇ ਇਸ ਟੌਪਿਕ ਨੂੰ ਸਮਝ ਸਕੋ। ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਜੀ ਜੇਕਰ ਤੁਸੀਂ ਫਸਟ ਟਾਈਮ ਪੰਜਾਬ ਐਜੂਕੇਸ਼ਨ ਚੈਨਲ 'ਤੇ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਜੀ ਹੁਣੇ ਸਬਸਕ੍ਰਾਈਬ ਕਰ ਲਓ ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ ਤਾਂ ਕਿ ਜਦੋਂ ਵੀ ਕੋਈ ਇੱਦਾਂ ਦੀ ਨਵੀਂ ਵੀਡੀਓ ਅਪਲੋਡ ਹੋਵੇ ਚੈਨਲ ਉੱਪਰ ਤਾਂ ਤੁਹਾਡੇ ਤੱਕ ਨੋਟੀਫਿਕੇਸ਼ਨ ਆ ਜਾਵੇ ਤਾਂ ਤੁਸੀਂ ਕਿਸੇ ਵੀ ਵੀਡੀਓ ਨੂੰ ਮਿਸ ਨਾ ਕਰੋ। ਅਤੇ ਇਸ ਦੇ ਨਾਲ ਜੀ ਹੁਣ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਟੈਲੀਗ੍ਰਾਮ ਐਪ 'ਤੇ ਵੀ ਫੋਲੋ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਦਾ ਜੋ PDF ਫਾਈਲ ਹੈ ਜੀ ਉਹ ਫ੍ਰੀ ਆਫ ਕਾਸਟ ਮਿਲ ਜਾਏਗੀ, ਜਿਸ ਦੇ ਨਾਲ ਜੀ ਤੁਹਾਨੂੰ ਜੋ ਇਹ ਟੌਪਿਕ ਹੈ ਉਹਨਾਂ ਨੂੰ ਸਮਝਣ ਦੇ ਵਿੱਚ ਹੋਰ ਵੀ ਜ਼ਿਆਦਾ ਹੈਲਪ ਮਿਲੇਗੀ। ਹੁਣ ਸ਼ੁਰੂ ਕਰਦੇ ਹਾਂ ਜੀ ਆਪਾਂ ਅੱਜ ਦਾ ਆਪਣਾ ਇਹ ਟੌਪਿਕ। ਆਪਣੇ ਅੱਜ ਦੇ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਵੇਖ ਲੈਂਦੇ ਹਾਂ ਜੀ ਉਹਨਾਂ ਮੇਨ ਪੁਆਇੰਟਸ ਨੂੰ ਜਿਨ੍ਹਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪੜ੍ਹਨ ਜਾ ਰਹੇ ਹਾਂ ਅਤੇ ਸਮਝਣ ਜਾ ਰਹੇ ਹਾਂ। ਇਸ ਦੇ ਵਿੱਚ ਜੀ ਪਹਿਲੇ 5 ਜੋ ਗੁਰੂ ਸਾਹਿਬਾਨ ਹੋਏ ਆ ਜੀ ਸਿੱਖ ਧਰਮ ਦੇ ਵਿੱਚ, ਉਹਨਾਂ ਦੇ ਬਾਰੇ ਅੱਜ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਗੁਰੂ ਸਾਹਿਬਾਨਾਂ ਦੇ ਬਾਰੇ ਜੀ ਆਪਾਂ ਉਨਾ ਹੀ ਪੜ੍ਹਾਂਗੇ ਜਿੰਨਾ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਜ਼ਰੂਰੀ ਹੈ। ਹੱਦ ਤੋਂ ਜ਼ਿਆਦਾ ਆਪਾਂ ਕੋਈ ਵੀ ਚੀਜ਼ ਨੂੰ ਨਹੀਂ ਪੜ੍ਹਾਂਗੇ ਕਿਉਂਕਿ ਜੀ ਐਗਜ਼ਾਮ ਦੇ ਵਿੱਚ ਇੰਨੀ ਡਿਟੇਲ ਦੇ ਵਿੱਚ ਕੁਛ ਨਹੀਂ ਪੁੱਛਿਆ ਜਾਂਦਾ। ਜੋ ਕੁਐਸਚਨ ਜੀ ਐਗਜ਼ਾਮ ਦੇ ਵਿੱਚ ਆ ਸਕਦੇ ਆਪਾਂ ਸਿਰਫ ਉਨੀ ਕੁ ਹਿਸਟਰੀ ਨੂੰ ਹੀ ਪੜ੍ਹਾਂਗੇ। ਪਹਿਲਾਂ ਆਪਾਂ ਪੜ੍ਹਾਂਗੇ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ, ਉਸ ਤੋਂ ਬਾਅਦ ਦੂਸਰੇ ਗੁਰੂ ਜੋ ਹੋਏ ਆ ਸ਼੍ਰੀ ਗੁਰੂ ਅੰਗਦ ਦੇਵ ਜੀ, ਤੀਸਰੇ ਗੁਰੂ ਜੀ ਬਾਰੇ, ਚੌਥੇ ਗੁਰੂ, ਇੱਦਾਂ ਕਰਕੇ ਆਪਾਂ ਜੀ 5 ਗੁਰੂਆਂ ਦੀ ਜੋ ਹਿਸਟਰੀ ਹੈ ਜੀ ਜਿਹੜੇ ਉਹਨਾਂ ਦੇ ਬਾਰੇ ਪ੍ਰਸ਼ਨ ਪੁੱਛੇ ਜਾਂਦੇ ਆ ਉਹਨਾਂ ਨੂੰ ਡਿਟੇਲ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ। ਅਤੇ ਇਸ ਤੋਂ ਬਾਅਦ ਆਪਾਂ ਦੇਖਾਂਗੇ ਜੀ ਆਦਿ ਗ੍ਰੰਥ ਸਾਹਿਬ ਦੀ ਰਚਨਾ। ਉਹ ਰਚਨਾ ਕਿਹਨੇ ਕੀਤੀ ਆ ਜੀ, ਕਿਵੇਂ ਹੋਈ ਆ, ਕਿੰਨੇ ਗੁਰੂਆਂ ਦੀ ਬਾਣੀ ਦਰਜ, ਉਹ ਸਭ ਕੁਛ ਨੂੰ ਅੱਜ ਦੀ ਆਪਾਂ ਡਿਟੇਲ ਦੇ ਵਿੱਚ ਪੜ੍ਹਾਂਗੇ। ਇੱਕ ਬਹੁਤ ਇੰਪੋਰਟੈਂਟ ਟੌਪਿਕ ਹੈ ਜੀ, ਇਸ ਦੇ ਵਿੱਚੋਂ ਕਾਫੀ ਪ੍ਰਸ਼ਨ ਹੈ ਜੋ ਉਹ ਵੱਖ-ਵੱਖ ਐਗਜ਼ਾਮਸ ਦੇ ਵਿੱਚ ਆਉਂਦੇ ਰਹਿੰਦੇ ਆ, ਇਸ ਲਈ ਜੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਤੁਸੀਂ ਦੇਖਣਾ ਹੈ। ਆਪਣੇ ਅੱਜ ਦੇ ਚੈਪਟਰ ਦੀ ਸ਼ੁਰੂਆਤ ਹੁੰਦੀ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ। ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਜੀ ਇਹ ਸਿੱਖ ਧਰਮ ਦੇ ਸੰਸਥਾਪਕ ਨੇ, ਇਹ ਸਿੱਖ ਧਰਮ ਦੇ ਪਹਿਲੇ ਗੁਰੂ ਨੇ। ਇਹਨਾਂ ਦੁਆਰਾ ਹੀ ਜੋ ਸਿੱਖ ਧਰਮ ਹੈ ਜੀ ਇਸ ਦੀ ਸ਼ੁਰੂਆਤ ਕੀਤੀ ਗਈ ਹੈ। ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ ਜੀ ਇਹਨਾਂ ਦਾ ਜਨਮ ਹੋਇਆ ਸੀ ਰਾਏ ਭੋਏ ਦੀ ਤਲਵੰਡੀ ਵਿੱਚ, ਜੋ ਕਿ ਵਰਤਮਾਨ ਸਮੇਂ ਦੇ ਵਿੱਚ ਜੀ ਪਾਕਿਸਤਾਨ ਦੇ ਵਿੱਚ ਮੌਜੂਦ ਹੈ। ਅਤੇ ਗੁਰੂ ਸਾਹਿਬ ਦੇ ਜੋ ਜਨਮ ਦਾ ਸਮਾਂ ਸੀ ਜੀ ਇਹ ਸੀ 15 ਅਪ੍ਰੈਲ 1469 ਈਸਵੀ ਦਾ। ਠੀਕ ਹੈ ਜੀ, ਇਹ ਸਮੇਂ ਨੂੰ ਜ਼ਰੂਰ ਯਾਦ ਰੱਖ ਲੈਣਾ। ਇਹ ਕਈ ਵਾਰ ਪੂਰਾ ਸਮਾਂ ਪੁੱਛਿਆ ਜਾਂਦਾ ਹੈ ਜੀ। 15 ਅਪ੍ਰੈਲ 1469 ਈਸਵੀ ਨੂੰ ਜੋ ਗੁਰੂ ਨਾਨਕ ਦੇਵ ਜੀ ਹੈ ਜੀ ਇਹਨਾਂ ਦਾ ਜਨਮ ਰਾਏ ਭੋਏ ਦੀ ਤਲਵੰਡੀ ਯਾਨੀ ਕਿ ਪਾਕਿਸਤਾਨ ਦੇ ਵਿੱਚ ਹੋਇਆ ਸੀ। ਜੋ ਗੁਰੂ ਸਾਹਿਬ ਦੇ ਪਿਤਾ ਹੈ ਜੀ ਇਹਨਾਂ ਦਾ ਨਾਮ ਸੀ ਮਹਿਤਾ ਕਾਲੂ ਅਤੇ ਜੋ ਇਹਨਾਂ ਦੀ ਮਾਤਾ ਸੀ ਜੀ ਉਹਨਾਂ ਦਾ ਨਾਮ ਸੀ ਮਾਤਾ ਤ੍ਰਿਪਤਾ ਜੀ। ਠੀਕ ਹੈ ਜੀ, ਇੱਕ ਗੁਰੂ ਸਾਹਿਬਾਨ ਦੀ ਭੈਣ ਸੀ, ਉਹਨਾਂ ਦਾ ਨਾਮ ਸੀ ਜੀ ਬੀਬੀ ਨਾਨਕੀ। ਠੀਕ ਹੈ ਜੀ, ਬਾਬਾ ਨਾਨਕ ਦੀ ਭੈਣ ਦਾ ਨਾਮ ਸੀ ਬੀਬੀ ਨਾਨਕੀ। ਇਹ ਤਾਂ ਦੋਨੋਂ ਯਾਦ ਰੱਖਣਾ ਬਹੁਤ ਸੌਖਾ ਹੈ ਜੀ। ਇਸ ਤੋਂ ਬਾਅਦ ਜੋ ਗੁਰੂ ਨਾਨਕ ਦੇਵ ਜੀ ਹੈ ਜੀ ਇਹਨਾਂ ਦਾ ਵਿਆਹ ਕੀਤਾ ਜਾਂਦਾ ਹੈ ਅਤੇ ਉਹਨਾਂ ਦੀ ਪਤਨੀ ਦਾ ਨਾਮ ਹੈ ਜੀ ਬੀਬੀ ਸੁਲੱਖਣੀ ਜੀ। ਇਹ ਕਿੰਨੀ ਉਮਰ ਦੇ ਵਿੱਚ ਹੋਇਆ ਜੀ ਇਸ ਦੇ ਬਾਰੇ ਕੋਈ ਜ਼ਿਆਦਾ ਪ੍ਰਸ਼ਨ ਨਹੀਂ ਪੁੱਛੇ ਜਾਂਦੇ। ਵੈਸੇ 13-14 ਸਾਲ ਦੀ ਉਮਰ ਦੇ ਵਿੱਚ ਉਸ ਸਮੇਂ ਵਿਆਹ ਹੋ ਜਾਂਦੇ ਸੀ, ਪਰ ਕਿਸ ਦੇ ਨਾਲ ਹੋਇਆ ਸੀ ਇਹ ਕਾਫੀ ਵਾਰੀ ਪੁੱਛਿਆ ਜਾਂਦਾ ਹੈ ਅਤੇ ਇਹ ਤੁਸੀਂ ਯਾਦ ਰੱਖ ਲੈਣਾ ਜੀ ਕਿ ਬੀਬੀ ਸੁਲੱਖਣੀ ਜੀ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਅਤੇ ਵਿਆਹ ਤੋਂ ਬਾਅਦ ਜੀ ਜੋ ਗੁਰੂ ਨਾਨਕ ਦੇਵ ਜੀ ਸੀ ਇਹਨਾਂ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਜੀ ਜਿਸ ਦਾ ਨਾਮ ਸੀ ਸ਼੍ਰੀ ਚੰਦ। ਇਹ ਉਹੀ ਸ਼੍ਰੀ ਚੰਦ ਹੈ ਜੀ ਜੋ ਅੱਗੇ ਜਾ ਕੇ ਉਦਾਸੀ ਮਤ ਦੀ ਸ਼ੁਰੂਆਤ ਕਰਦੇ ਨੇ। ਇਹ ਇੱਕ ਅਲੱਗ ਧਰਮ ਦੀ ਸ਼ੁਰੂਆਤ ਕਰ ਦਿੰਦੇ ਨੇ ਜਿਸ ਨੂੰ ਆਪਾਂ ਉਦਾਸੀ ਮਤ ਦੇ ਨਾਲ ਜਾਣਦੇ ਹਾਂ। ਹੁਣ ਤੱਕ ਵੀਡੀਓ ਦੇ ਵਿੱਚ ਆਪਾਂ ਇਹ ਜਾਣ ਲਿਆ ਜੀ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ, ਕਿੱਥੇ ਹੋਇਆ ਅਤੇ ਉਹਨਾਂ ਦੇ ਪਰਿਵਾਰਕ ਮੈਂਬਰ ਕਿਹੜੇ-ਕਿਹੜੇ ਸੀ। ਹੁਣ ਆਪਾਂ ਵੇਖਦੇ ਹਾਂ ਜੀ ਕਿ ਗੁਰੂ ਨਾਨਕ ਦੇਵ ਜੀ ਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਹੈ ਉਹ ਕਿੱਥੇ ਹੋਈ ਹੈ ਅਤੇ ਕਿਵੇਂ ਹੋਈ ਹੈ। ਜੋ ਗੁਰੂ ਨਾਨਕ ਦੇਵ ਜੀ ਹੈ ਜੀ ਇਹ ਛੋਟੇ ਹੁੰਦੇ ਤੋਂ ਇਹਨਾਂ ਦਾ ਸੰਸਾਰਿਕ ਕੰਮਾਂ ਦੇ ਵਿੱਚ ਜ਼ਿਆਦਾ ਧਿਆਨ ਨਹੀਂ ਸੀ। ਇਹ ਪ੍ਰਭੂ ਭਗਤੀ ਦੇ ਵਿੱਚ ਲੱਗੇ ਰਹਿੰਦੇ ਸੀ, ਜਿਸ ਨੂੰ ਦੇਖ ਕੇ ਜੀ ਜੋ ਇਹਨਾਂ ਦੇ ਪਿਤਾ ਸੀ ਯਾਨੀ ਕਿ ਮਹਿਤਾ ਕਾਲੂ ਸੀ ਉਹਨਾਂ ਨੂੰ ਫਿਕਰ ਹੋ ਜਾਂਦੀ ਹੈ ਜੀ ਕਿ ਮੇਰਾ ਬੇਟਾ ਕੋਈ ਕੰਮਾਂ ਵੱਲ ਧਿਆਨ ਨਹੀਂ ਦੇ ਰਿਹਾ, ਉਹ ਕੋਈ ਕੰਮਕਾਰ ਨਹੀਂ ਕਰ ਰਿਹਾ। ਇਸ ਲਈ ਜੋ ਇਹਨਾਂ ਦੇ ਪਿਤਾ ਜੀ ਹੁੰਦੇ ਨੇ ਜੀ ਗੁਰੂ ਨਾਨਕ ਦੇਵ ਜੀ ਦੇ, ਉਹ ਉਹਨਾਂ ਨੂੰ ਸੁਲਤਾਨਪੁਰ ਲੋਧੀ ਭੇਜ ਦਿੰਦੇ ਨੇ। ਸੁਲਤਾਨਪੁਰ ਲੋਧੀ ਦੇ ਵਿੱਚ ਜੀ ਗੁਰੂ ਨਾਨਕ ਦੇਵ ਜੀ ਦੇ ਜੋ ਭੈਣ ਹੈ ਜੀ ਉਹ ਵਿਆਹੇ ਹੁੰਦੇ ਨੇ।
ਤਾਂ ਕਿ ਜੋ ਗੁਰੂ ਨਾਨਕ ਦੇਵ ਜੀ ਹੈ ਜੀ ਕਿ ਉਹ ਉੱਥੇ ਜਾ ਕੇ ਕੋਈ ਜੋਬ ਕਰ ਸਕਣ, ਕੋਈ ਕੰਮ ਧੰਦਾ ਕਰ ਸਕਣ ਅਤੇ ਸੰਸਾਰਿਕ ਕੰਮਾਂ ਦੇ ਵਿੱਚ ਆਪਣਾ ਧਿਆਨ ਲਗਾ ਸਕਣ। ਇੱਥੇ ਸੁਲਤਾਨਪੁਰ ਲੋਧੀ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਆ ਜਾਂਦੇ ਨੇ ਤਾਂ ਇੱਥੇ ਜੀ ਉਹ ਦੌਲਤ ਖਾਨ ਨਾਮ ਦੇ ਇੱਕ ਵਿਅਕਤੀ ਦੇ ਅਨਾਜ ਭੰਡਾਰ ਦੇ ਵਿੱਚ ਕੰਮ ਕਰਦੇ ਨੇ। ਅਨਾਜ ਭੰਡਾਰ ਮੋਦੀ ਖਾਨਾ ਇੱਕੋ ਚੀਜ਼ ਹੀ ਹੁੰਦੀ ਹੈ ਜੀ, ਠੀਕ ਹੈ, ਇੱਥੇ ਕੋਈ ਕਨਫਿਊਜ਼ ਨਾ ਹੋਇਓ। ਇੱਥੇ ਕੰਮ ਕਰਦੇ ਕਰਦੇ ਜੋ ਗੁਰੂ ਨਾਨਕ ਦੇਵ ਜੀ ਹੈ ਜੀ ਇਹ ਹਰ ਰੋਜ਼ ਬੇਈ ਨਦੀ ਦੇ ਜੋ ਕੰਢੇ 'ਤੇ ਹੈ ਜਾਂ ਬੇਈ ਨਦੀ 'ਤੇ ਉਹ ਇਸ਼ਨਾਨ ਕਰਨ ਜਾਂਦੇ ਨੇ ਸੁਬਾਹ ਦੇ ਸਮੇਂ। ਇੱਥੇ ਹੀ ਇੱਕ ਦਿਨ ਜੀ ਜੋ ਗੁਰੂ ਨਾਨਕ ਦੇਵ ਜੀ ਗਏ ਹੁੰਦੇ ਨੇ ਬੇਈ ਨਦੀ ਦੇ ਕੰਢੇ ਇਸ਼ਨਾਨ ਕਰਨ ਅਤੇ ਉਹਨਾਂ ਨੂੰ ਜੀ ਉੱਥੇ ਸੱਚੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਬਹੁਤ ਵਾਰ ਪ੍ਰਸ਼ਨ ਪੁੱਛਿਆ ਗਿਆ ਹੈ ਜੀ ਕਿ ਗੁਰੂ ਨਾਨਕ ਦੇਵ ਜੀ ਨੂੰ ਜੋ ਗਿਆਨ ਦੀ ਪ੍ਰਾਪਤੀ ਹੈ ਇਹ ਕਿਹੜੀ ਨਦੀ 'ਤੇ ਜਾਂ ਕਿਸ ਸਥਾਨ 'ਤੇ ਹੋਈ ਸੀ, ਤੇ ਇਹ ਹੋਈ ਸੀ ਜੀ ਬੇਈ ਨਦੀ ਦੇ ਸਥਾਨ 'ਤੇ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਨੇ ਤਾਂ ਉਸ ਤੋਂ ਬਾਅਦ ਜੀ ਜੋ ਸਭ ਤੋਂ ਪਹਿਲੇ ਸ਼ਬਦ ਗੁਰੂ ਜੀ ਦੁਆਰਾ ਕਹੇ ਗਏ ਸੀ ਉਹ ਸੀ ਜੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ। ਇਹ ਵੀ ਕਈ ਵਾਰ ਪੁੱਛ ਲਏ ਜਾਂਦੇ ਅਤੇ ਇਸ ਨੂੰ ਵੀ ਤੁਸੀਂ ਯਾਦ ਰੱਖ ਲੈਣਾ। ਜਦੋਂ ਗੁਰੂ ਨਾਨਕ ਦੇਵ ਜੀ ਨੂੰ ਜੀ ਬੇਈ ਨਦੀ ਦੇ ਕੰਢੇ 'ਤੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਅਤੇ ਇਸ ਤੋਂ ਬਾਅਦ ਉਹ ਸੋਚਦੇ ਆ ਜੀ ਕਿ ਮਨੁੱਖਤਾ ਦੇ ਭਲੇ ਲਈ ਉਹਨਾਂ ਨੂੰ ਪਰਮਾਤਮਾ ਦੇ ਬਾਰੇ ਸਹੀ ਗਿਆਨ ਦੇਣ ਦੇ ਲਈ ਉਹ ਯਾਤਰਾਵਾਂ ਸ਼ੁਰੂ ਕਰ ਦਿੰਦੇ ਨੇ। ਇਹ ਯਾਤਰਾਵਾਂ ਨੂੰ ਜੀ ਆਪਾਂ ਉਦਾਸੀਆਂ ਦੇ ਨਾਮ ਨਾਲ ਜਾਣਦੇ ਹਾਂ, ਜੋ ਇਹ ਗੁਰੂ ਨਾਨਕ ਦੇਵ ਜੀ ਨੇ ਜੀ ਯਾਤਰਾਵਾਂ ਗਿਆਨ ਪ੍ਰਾਪਤੀ ਤੋਂ ਬਾਅਦ ਕੀਤੀਆਂ ਸੀ। ਇਹ ਯਾਤਰਾਵਾਂ ਕਿੱਥੇ ਕਿੱਥੇ ਕੀਤੀਆਂ ਗਈਆਂ, ਕਿੰਨੀਆਂ ਸੀ, ਇਸ ਦੇ ਬਾਰੇ ਆਪਾਂ ਨੈਕਸਟ ਸਲਾਈਡ ਦੇ ਵਿੱਚ ਪੜ੍ਹਦੇ ਹਾਂ। ਗੁਰੂ ਨਾਨਕ ਦੇਵ ਜੀ ਦੁਆਰਾ ਜੀ ਕੁੱਲ 4 ਯਾਤਰਾਵਾਂ ਕੀਤੀਆਂ ਗਈਆਂ, 4 ਉਦਾਸੀਆਂ ਕੀਤੀਆਂ ਗਈਆਂ, ਜਿਸ ਦੇ ਵਿੱਚ ਜੋ ਪਹਿਲੀ ਉਦਾਸੀ ਹੈ ਜੀ ਇਹ ਕੀਤੀ ਜਾਂਦੀ ਆ ਪੂਰਬ ਦਿਸ਼ਾ ਦੇ ਵਿੱਚ। ਪੂਰਬ ਦਿਸ਼ਾ ਦੇ ਵਿੱਚ ਜਦੋਂ ਪਹਿਲੀ ਉਦਾਸੀ ਗੁਰੂ ਜੀ ਦੁਆਰਾ ਕੀਤੀ ਜਾਂਦੀ ਹੈ ਤਾਂ ਉਹ ਕਿਹੜੇ ਕਿਹੜੇ ਸਥਾਨਾਂ 'ਤੇ ਜਾਂਦੇ ਆ ਜੀ, ਇਸ ਦੇ ਬਾਰੇ ਵੀ ਕਈ ਵਾਰ ਆਪਣੇ ਤੋਂ ਪ੍ਰਸ਼ਨ ਪੁੱਛੇ ਜਾਂਦੇ ਆ। ਸੋ ਇੱਕ ਵਾਰੀ ਆਪਾਂ ਜੋ ਇਹ ਸਥਾਨ ਸੀ ਜੀ ਇਹਨਾਂ ਬਾਰੇ ਵੀ ਪੜ੍ਹ ਲੈਂਦੇ ਹਾਂ। ਜੋ ਪਹਿਲੀ ਉਦਾਸੀ ਆ ਜੀ ਇਸ ਦੇ ਵਿੱਚ ਗੁਰੂ ਸਾਹਿਬ ਜਾਂਦੇ ਆ ਜੀ ਲਾਹੌਰ ਦੇ ਵਿੱਚ, ਸੈਯਦਪੁਰ ਦੇ ਵਿੱਚ, ਇਸ ਤੋਂ ਬਾਅਦ ਜੀ ਬਨਾਰਸ, ਕੁਰੂਕਸ਼ੇਤਰ, ਸਿਆਲਕੋਟ, ਅਸਮ, ਜਗਨਨਾਥਪੁਰੀ ਅਤੇ ਹਰਿਦੁਆਰ। ਇਹ ਜੋ ਸਥਾਨ ਸੀ ਇਹ ਜੀ ਪਹਿਲੀ ਯਾਤਰਾ ਦੇ ਵਿੱਚ ਗੁਰੂ ਜੀ ਇਹਨਾਂ ਸਥਾਨਾਂ ਦੇ ਉੱਪਰ ਜਾਂਦੇ ਨੇ। ਇਸ ਤੋਂ ਬਾਅਦ ਜੋ ਗੁਰੂ ਸਾਹਿਬ ਦੇ ਦੁਆਰਾ ਜੀ ਦੂਜੀ ਉਦਾਸੀ ਕੀਤੀ ਜਾਂਦੀ ਹੈ ਇਹ ਕੀਤੀ ਜਾਂਦੀ ਹੈ ਜੀ ਦੱਖਣ ਦਿਸ਼ਾ ਦੇ ਵਿੱਚ। ਇਹ ਉਦਾਸੀਆਂ ਦੀ ਤੁਸੀਂ ਦਿਸ਼ਾ ਵੀ ਯਾਦ ਰੱਖਣ ਦੀ ਕੋਸ਼ਿਸ਼ ਕਰਨਾ ਜੀ, ਅਤੇ ਨਹੀਂ ਤਾਂ 1-2 ਸਥਾਨ ਜ਼ਰੂਰ ਯਾਦ ਰੱਖਣਾ ਕਿ ਕਿਹੜੀ ਉਦਾਸੀ ਵੇਲੇ ਗੁਰੂ ਸਾਹਿਬ ਕਿੱਥੇ ਗਏ ਨੇ। ਕਈ ਵਾਰ ਇਸ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾ ਸਕਦੇ ਨੇ, ਠੀਕ ਹੈ ਜੀ। ਜੋ ਦੂਸਰੀ ਉਦਾਸੀ ਹੈ ਜੀ ਇਸ ਦੇ ਵਿੱਚ ਗੁਰੂ ਸਾਹਿਬ ਜਾਂਦੇ ਆ ਜੀ ਰਾਜਪੂਤਾਨਾ ਦੇ ਵਿੱਚ, ਮਾਲਵਾ ਦੇ ਵਿੱਚ, ਸਿਰਸਾ ਦੇ ਵਿੱਚ, ਠੀਕ ਹੈ ਜੀ। ਇਸ ਤੋਂ ਬਾਅਦ ਜੋ ਤੀਸਰੀ ਉਦਾਸੀ ਹੈ ਜੀ ਇਸ ਦੇ ਸਥਾਨ ਵੇਖ ਲੈਂਦੇ ਹਾਂ ਕਿ ਗੁਰੂ ਸਾਹਿਬ ਤੀਸਰੀ ਉਦਾਸੀ ਦੇ ਵਿੱਚ ਕਿੱਥੇ ਜਾਂਦੇ ਨੇ। ਤਾਂ ਤੀਸਰੀ ਉਦਾਸੀ ਸਮੇਂ ਗੁਰੂ ਸਾਹਿਬ ਜਾਂਦੇ ਆ ਜੀ ਜਵਾਲਾ ਜੀ, ਸੁਕੇਤ, ਕੁੱਲੂ, ਮੰਡੀ, ਚੰਬਾ, ਜੰਮੂ ਅਤੇ ਲੱਦਾਖ। ਜੋ ਇਹ ਪਹਾੜੀ ਖੇਤਰ ਆ ਜੀ, ਜੋ ਹਿਮਾਚਲ ਦੇ ਖੇਤਰ ਆ ਜਾਂਦੇ ਆ, ਜੰਮੂ ਕਸ਼ਮੀਰ, ਲੱਦਾਖ, ਇਹ ਸਾਰੇ ਖੇਤਰਾਂ ਦੇ ਵਿੱਚ ਜੋ ਗੁਰੂ ਸਾਹਿਬ ਆਏ ਤੀਸਰੀ ਉਦਾਸੀ ਦੇ ਸਮੇਂ ਜਾਂਦੇ ਨੇ। ਕਈ ਵਾਰ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਜੀ ਕਿ ਜੋ ਸੱਜਣ ਠੱਗ ਹੈ ਜਿਸ ਦੇ ਬਾਰੇ ਗੁਰੂ ਸਾਹਿਬ ਉਸ ਨੂੰ ਇੱਕ ਵਧੀਆ ਵਿਅਕਤੀ ਬਣਾਉਂਦੇ ਆ, ਉਹ ਪਹਿਲਾਂ ਠੱਗ ਹੁੰਦਾ ਹੈ ਜੀ, ਉਸ ਦੇ ਨਾਲ ਮੁਲਾਕਾਤ ਹੁੰਦੀ ਹੈ। ਉਹ ਕਾਫੀ ਡਿਟੇਲ ਦੇ ਵਿੱਚ ਉਹ ਸਭ ਨੇ ਸੁਣਿਆ ਹੋਇਆ ਜੀ, ਉਹ ਜੋ ਵੀ ਘਟਨਾ ਸੀ ਉਸ ਦੇ ਵਿੱਚੋਂ ਜੀ ਇੱਕ ਪ੍ਰਸ਼ਨ ਪੁੱਛਿਆ ਜਾਂਦਾ ਹੈ ਕਿ ਜੋ ਸੱਜਣ ਠੱਗ ਹੈ ਇਸ ਦੇ ਨਾਲ ਗੁਰੂ ਸਾਹਿਬ ਦੀ ਮੁਲਾਕਾਤ ਕਿੱਥੇ ਹੋਈ ਹੈ। ਤਾਂ ਇਹ ਹੋਈ ਸੀ ਜੀ ਤਾਲੂੰਬਾ ਦੇ ਵਿੱਚ। ਇਹ ਤੁਸੀਂ ਜ਼ਰੂਰ ਯਾਦ ਰੱਖ ਲੈਣਾ ਹੈ। ਇਸ ਤੋਂ ਜ਼ਿਆਦਾ ਡਿਟੇਲ ਦੇ ਵਿੱਚ ਆਪਾਂ ਉਦਾਸੀਆਂ ਨੂੰ ਨਹੀਂ ਪੜ੍ਹਾਂਗੇ। ਹੁਣ ਆਪਾਂ ਜਾਣ ਲੈਂਦੇ ਹਾਂ ਜੀ ਕਿ ਜੋ ਗੁਰੂ ਸਾਹਿਬ ਦੇ ਦੁਆਰਾ ਚੌਥੀ ਅਤੇ ਆਖਰੀ ਉਦਾਸੀ ਕੀਤੀ ਗਈ ਆ ਉਹ ਕਿਹੜੇ-ਕਿਹੜੇ ਸਥਾਨਾਂ ਉੱਪਰ ਕੀਤੀ ਗਈ ਸੀ ਅਤੇ ਕਿਸ ਦਿਸ਼ਾ ਦੇ ਵਿੱਚ ਕੀਤੀ ਗਈ ਸੀ। ਜੋ ਗੁਰੂ ਨਾਨਕ ਦੇਵ ਜੀ ਦੁਆਰਾ ਆਖਰੀ ਉਦਾਸੀ ਕੀਤੀ ਗਈ ਆ ਇਹ ਕੀਤੀ ਗਈ ਸੀ ਜੀ ਉੱਤਰ ਪੱਛਮੀ ਦਿਸ਼ਾ ਦੇ ਵਿੱਚ। ਅਤੇ ਇਸ ਸਮੇਂ ਜੋ ਗੁਰੂ ਸਾਹਿਬ ਹੈ ਜੀ ਇਹ ਮੱਕਾ, ਮਦੀਨਾ ਅਤੇ ਬਗਦਾਦ ਗਏ ਸੀ। ਇਹ ਜੀ ਮੁਸਲਮਾਨਾਂ ਦੇ ਪਵਿੱਤਰ ਸਥਾਨ ਨੇ ਮੱਕਾ, ਮਦੀਨਾ ਅਤੇ ਬਗਦਾਦ, ਇਹਨਾਂ ਦੇ ਉੱਪਰ ਯਾਤਰਾ ਕਰਨ ਗਏ ਸੀ ਗੁਰੂ ਸਾਹਿਬ ਆਪਣੀ 4th ਉਦਾਸੀ ਦੇ ਵਿੱਚ। ਜੋ ਗੁਰੂ ਨਾਨਕ ਦੇਵ ਜੀ ਹੈ ਜੀ ਇਹਨਾਂ ਦਾ ਜੋ ਜੋਤੀ ਜੋਤ ਸਮਾਉਣ ਦਾ ਸਮਾਂ ਹੈ ਜੀ ਇਹ ਹੈ 22 ਸਤੰਬਰ 1539 ਈਸਵੀ, ਠੀਕ ਹੈ ਜੀ। ਇਹ ਪੂਰਾ ਯਾਦ ਰੱਖ ਲਿਓ, 22 ਸਤੰਬਰ 1539 ਈਸਵੀ। ਅਤੇ ਇਹ ਸਥਾਨ ਸੀ ਜੀ ਕੀਰਤਪੁਰ ਸਾਹਿਬ ਦਾ। ਕੀਰਤਪੁਰ ਸਾਹਿਬ ਦੇ ਵਿੱਚ ਹੀ ਜੋ ਗੁਰੂ ਨਾਨਕ ਦੇਵ ਜੀ ਹੈ ਜੀ ਆਪਣੇ ਆਖਰੀ ਕਈ ਸਾਲਾਂ ਦੇ ਵਿੱਚ ਇੱਥੇ ਰਹਿੰਦੇ ਰਹੇ ਸੀ ਅਤੇ ਇੱਥੇ ਉਹ ਰੋਜ਼ਾਨਾ ਜੀਵਨ ਦੇ ਵਿੱਚ ਖੇਤੀ ਵੀ ਕਰਦੇ ਸੀ, ਠੀਕ ਹੈ ਜੀ। ਇਹ ਸਥਾਨ ਜਿੱਥੇ ਉਹ ਲਾਸਟ ਦੇ ਵਿੱਚ ਰਹਿੰਦੇ ਰਹੇ ਆ, ਜਿੱਥੇ ਉਹ ਜੋਤੀ ਜੋਤ ਸਮਾਇਆ, ਅਤੇ ਇਹ ਸਮਾਂ ਇਸ ਦੇ ਬਾਰੇ ਕਾਫੀ ਵਾਰ ਪ੍ਰਸ਼ਨ ਪੁੱਛੇ ਜਾਂਦੇ ਆ। ਇਸ ਨੂੰ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖਣਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਮੌਤ ਤੋਂ ਪਹਿਲਾਂ ਯਾਨੀ ਕਿ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੀ ਉਹਨਾਂ ਨੇ ਇੱਕ ਬਹੁਤ ਹੀ ਇੰਪੋਰਟੈਂਟ ਕਦਮ ਚੱਕਿਆ ਸੀ, ਇੱਕ ਕੰਮ ਕੀਤਾ ਸੀ ਜੋ ਕਿ ਸੀ ਜੀ ਕਿ ਉਹਨਾਂ ਨੇ ਆਪਣੇ ਬਾਅਦ ਆਪਣਾ ਇੱਕ ਉੱਤਰਾਧਿਕਾਰੀ ਚੁਣਿਆ ਸੀ, ਇੱਕ ਨਵਾਂ ਗੁਰੂ ਚੁਣਿਆ ਸੀ ਸਿੱਖ ਧਰਮ ਲਈ। ਇਹ ਸਿੱਖ ਧਰਮ ਲਈ ਜੋ ਨਵਾਂ ਗੁਰੂ ਚੁਣਿਆ ਜਾਂਦਾ ਹੈ ਜੀ ਉਹਨਾਂ ਦਾ ਨਾਮ ਸੀ ਭਾਈ ਲਹਿਣਾ, ਜਿਨ੍ਹਾਂ ਨੂੰ ਆਪਾਂ ਗੁਰੂ ਅੰਗਦ ਦੇਵ ਜੀ ਦੇ ਨਾਮ ਨਾਲ ਜਾਣਦੇ ਹਾਂ। ਉਹਨਾਂ ਦਾ ਪਹਿਲਾ ਨਾਮ ਸੀ ਜੀ ਭਾਈ ਲਹਿਣਾ ਜੀ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਜੀ ਕਾफ़ी ज़्यादा जो ਬਾਣੀ ਆ ਉਹ ਵੀ ਰਚੀ ਗਈ ਸੀ। ਹੁਣ ਆਪਾਂ ਵੇਖ ਲੈਂਦੇ ਹਾਂ ਜੀ ਕਿ ਜੋ ਗੁਰੂ ਨਾਨਕ ਦੇਵ ਜੀ ਆ ਇਹਨਾਂ ਦੇ ਦੁਆਰਾ ਕਿੰਨੇ ਸ਼ਬਦ ਰਚੇ ਗਏ ਸੀ ਜਿਨ੍ਹਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੀ ਦਰਜ ਕੀਤਾ ਗਿਆ। ਤਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਸ਼ਬਦਾਂ ਦੀ ਗਿਣਤੀ ਹੈ ਜੀ ਜਿਨ੍ਹਾਂ ਨੂੰ ਦਰਜ ਕੀਤਾ ਗਿਆ ਉਹ ਹੈ 976। ਇਹ ਤੁਸੀਂ ਜ਼ਰੂਰ ਯਾਦ ਰੱਖਣਾ ਜੀ। ਇਹ ਕਾफ़ी ਵਾਰ ਪ੍ਰਸ਼ਨ ਆ ਜਾਂਦਾ ਹੈ ਕਿ ਕਿਸ ਗੁਰੂ ਦੇ ਦੁਆਰਾ ਕਿੰਨੇ ਸ਼ਬਦ ਰਚੇ ਗਏ ਹੈ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਗਿਆ। ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੇ ਗਏ ਸੀ ਜੀ 976 ਸ਼ਬਦ। ਇਸ ਤੋਂ ਇਲਾਵਾ ਜੀ ਗੁਰੂ ਨਾਨਕ ਦੇਵ ਜੀ ਦੁਆਰਾ ਦੋ ਪ੍ਰਥਾਵਾਂ ਚਲਾਈਆਂ ਗਈਆਂ ਜੋ ਸੀ ਸੰਗਤ ਅਤੇ ਪੰਗਤ ਪ੍ਰਥਾ। ਸੰਗਤ ਪ੍ਰਥਾ ਦਾ ਮਤਲਬ ਹੁੰਦਾ ਹੈ ਜੀ ਕਿ ਸਾਰੇ ਲੋਕ ਇਕੱਠੇ ਬੈਠ ਕੇ ਸਭ ਧਰਮ ਜਾਤੀਆਂ ਦੇ ਲੋਕ ਇਕੱਠੇ ਬੈਠ ਕੇ ਪ੍ਰਭੂ ਭਗਤੀ ਕਰਨਗੇ, ਅਤੇ ਪੰਗਤ ਹੁੰਦਾ ਹੈ ਜੀ ਜਿੱਥੇ ਸਾਰੇ ਲੋਕ ਇਕੱਠੇ ਬੈਠ ਕੇ ਲੰਗਰ ਛਕਦੇ ਨੇ ਬਿਨਾਂ ਕਿਸੇ ਭੇਦਭਾਵ ਦੇ। ਇਹ ਪ੍ਰਥਾਵਾਂ ਅੱਜ ਵੀ ਜਿੱਦਾਂ ਸਿੱਖ ਧਰਮ ਦੇ ਵਿੱਚ ਚੱਲਦੀਆਂ ਆਈਆਂ ਜੀ, ਤੁਹਾਨੂੰ ਸਭ ਨੂੰ ਪਤਾ ਹੈ ਕਿ ਚੱਲਦੀਆਂ ਆ ਰਹੀਆਂ ਨੇ। ਇਹਨਾਂ ਦੀ ਸ਼ੁਰੂਆਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਉਹਨਾਂ ਦੇ ਦੁਆਰਾ ਹੀ ਕੀਤੀ ਗਈ ਸੀ। ਵੀਡੀਓ ਵਿੱਚ ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ ਜੀ ਸਿੱਖ ਧਰਮ ਦੇ ਪਹਿਲੇ ਗੁਰੂ ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ। ਉਹਨਾਂ ਨੇ ਕਿਸ ਤਰ੍ਹਾਂ ਸਿੱਖ ਧਰਮ ਦਾ ਵਿਕਾਸ ਕੀਤਾ, ਇਹ ਸਭ ਆਪਾਂ ਦੇਖ ਚੁੱਕੇ ਹਾਂ। ਹੁਣ ਆਪਾਂ ਵੇਖਦੇ ਹਾਂ ਜੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਅਗਲੇ ਗੁਰੂ ਕੌਣ ਬਣਦੇ ਨੇ। ਤਾਂ ਅਗਲੇ ਗੁਰੂ ਬਣਦੇ ਨੇ ਜੀ ਗੁਰੂ ਅੰਗਦ ਦੇਵ ਜੀ। ਜੋ ਗੁਰੂ ਅੰਗਦ ਦੇਵ ਜੀ ਹੈ ਜੀ ਇਹ ਪਹਿਲੇ ਗੁਰੂ ਯਾਨੀ ਕਿ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ। ਇਹ ਜੀ 1539 ਈਸਵੀ ਦੇ ਵਿੱਚ ਸਿੱਖ ਧਰਮ ਦੇ ਦੂਸਰੇ ਗੁਰੂ ਬਣਦੇ ਨੇ। ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜੀ ਕਿ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਸੀ ਇਹਨਾਂ ਦਾ ਮੁੱਢਲਾ ਨਾਮ ਸੀ ਭਾਈ ਲਹਿਣਾ। ਜਿੰਨਾ ਟਾਈਮ ਇਹ ਗੁਰਗੱਦੀ 'ਤੇ ਨਹੀਂ ਹੋਏ ਸੀ ਜੀ, ਵਿਰਾਜਮਾਨ ਨਹੀਂ ਹੋਏ ਸੀ, ਉਸ ਤੋਂ ਪਹਿਲਾਂ ਇਹਨਾਂ ਨੂੰ ਭਾਈ ਲਹਿਣਾ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ। ਹੁਣ ਆਪਾਂ ਇਹਨਾਂ ਦੇ ਜਨਮ ਸਥਾਨ, ਇਹਨਾਂ ਦੀ ਜਨਮ ਮਿਤੀ, ਉਹ ਇਹਨਾਂ ਦੀ ਫੈਮਿਲੀ ਬਾਰੇ ਵੀ ਕੁਛ ਦੇਖ ਲੈਂਦੇ ਹਾਂ, ਉਹਨਾਂ ਬਾਰੇ ਜਾਣ ਲੈਂਦੇ ਹਾਂ। ਜੋ ਗੁਰੂ ਅੰਗਦ ਦੇਵ ਜੀ ਹੈ ਜੀ ਇਹਨਾਂ ਦਾ ਜਨਮ ਹੁੰਦਾ ਹੈ 31 ਮਾਰਚ 1504 ਈਸਵੀ ਨੂੰ, ਅਤੇ ਇਹ ਸਥਾਨ ਹੁੰਦਾ ਹੈ ਜੀ ਮੱਤੇ ਦੀ ਸਰਾਏ। ਮੱਤੇ ਦੀ ਸਰਾਏ ਜਗ੍ਹਾ 'ਤੇ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਹੁੰਦਾ ਹੈ। ਜੇਕਰ ਗੱਲ ਕਰੀਏ ਇਹਨਾਂ ਦੇ ਮਾਤਾ ਪਿਤਾ ਬਾਰੇ ਤਾਂ ਇਹਨਾਂ ਦੇ ਪਿਤਾ ਦਾ ਨਾਮ ਹੈ ਜੀ ਫੇਰੂਮਲ ਅਤੇ ਇਹਨਾਂ ਦੀ ਮਾਤਾ ਦਾ ਨਾਮ ਹੈ ਸਬਰਾਈ ਦੇਵੀ। ਗੁਰੂ ਸਾਹਿਬ ਦਾ ਵਿਆਹ ਹੁੰਦਾ ਹੈ ਜੀ ਬੀਬੀ ਖੀਵੀ ਜੀ ਨਾਲ। ਠੀਕ ਹੈ ਜੀ, ਇਹਨਾਂ ਦੀ ਪਤਨੀ ਹੈ ਜੋ ਉਹਨਾਂ ਦਾ ਨਾਮ ਹੈ ਬੀਬੀ ਖੀਵੀ ਜੀ। ਅਤੇ ਗੁਰੂ ਅੰਗਦ ਦੇਵ ਜੀ ਦੇ ਘਰ ਜੀ 2 ਪੁੱਤਰ ਅਤੇ 2 ਪੁੱਤਰੀਆਂ ਜਨਮ ਲੈਂਦੇ ਨੇ। ਟੋਟਲ 4 ਬੱਚੇ ਹੁੰਦੇ ਨੇ ਇਹਨਾਂ ਦੇ। ਜੋ 2 ਪੁੱਤਰ ਹੈ ਜੀ ਉਹਨਾਂ ਦਾ ਨਾਮ ਹੈ ਦਾਸੂ ਅਤੇ ਦਾਤੂ, ਅਤੇ ਜੋ 2 ਪੁੱਤਰੀਆਂ ਨੇ ਜੀ ਉਹਨਾਂ ਦਾ ਇੱਕ ਦਾ ਨਾਮ ਹੁੰਦਾ ਹੈ ਬੀਬੀ ਅਮਰੋ ਅਤੇ ਦੂਸਰੇ ਦਾ ਨਾਮ ਹੁੰਦਾ ਹੈ ਬੀਬੀ ਅਨੋਖੀ। ਠੀਕ ਹੈ ਜੀ, ਇਸ ਦੇ ਵਿੱਚ ਆਪਾਂ ਗੁਰੂ ਸਾਹਿਬ ਦੇ ਪਰਿਵਾਰ ਅਤੇ ਉਹਨਾਂ ਦੇ ਜਨਮ ਸਥਾਨ, ਉਹਨਾਂ ਦੀ ਜਨਮ ਮਿਤੀ ਦੇ ਬਾਰੇ ਜਾਣ ਲਿਆ। ਹੁਣ ਦੇਖਦੇ ਹਾਂ ਕਿ ਕਿਸ ਤਰ੍ਹਾਂ ਇਹਨਾਂ ਨੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਇਆ। ਇਹਨਾਂ ਨੇ ਕੀ ਕਾਰਜ ਸਿੱਖ ਧਰਮ ਨੂੰ ਹੋਰ ਪ੍ਰਫੁੱਲਿਤ ਕਰਨ ਦੇ ਲਈ ਚੱਕੇ ਸੀ। ਗੁਰੂ ਅੰਗਦ ਦੇਵ ਜੀ ਦੇ ਪਰਿਵਾਰ ਅਤੇ ਉਹਨਾਂ ਦੇ ਜਨਮ ਬਾਰੇ ਜਾਣਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਗੁਰੂ ਅੰਗਦ ਦੇਵ ਜੀ ਨੇ ਕਿਹੜੇ ਕੰਮ ਕੀਤੇ ਨੇ ਜਿਸ ਨਾਲ ਸਿੱਖ ਪੰਥ ਦਾ ਵਿਕਾਸ ਹੋਇਆ ਹੈ। ਗੁਰੂ ਅੰਗਦ ਦੇਵ ਜੀ ਦੇ ਦੁਆਰਾ ਜੀ ਸੰਗਤ ਅਤੇ ਪੰਗਤ ਪ੍ਰਥਾ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਗਿਆ ਹੈ। ਜਿਵੇਂ ਕਿ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ ਜੀ ਕਿ ਜੋ ਸੰਗਤ ਅਤੇ ਪੰਗਤ ਪ੍ਰਥਾ ਹੈ ਇਹ ਚਲਾਈ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ, ਪਰ ਉਸ ਦਾ ਜੋ ਜ਼ਿਆਦਾ ਵਿਕਾਸ ਹੋਇਆ ਜੀ, ਉਹ ਜ਼ਿਆਦਾ ਪ੍ਰਫੁੱਲਿਤ ਹੋਈ ਹੈ, ਉਹ ਹੋਈ ਹੈ ਦੂਸਰੇ ਗੁਰੂ ਸਾਹਿਬ ਦੇ ਵੇਲੇ। ਠੀਕ ਹੈ ਜੀ, ਸੰਗਤ ਅਤੇ ਪੰਗਤ ਪ੍ਰਥਾ ਬਹੁਤ ਜ਼ਿਆਦਾ ਇਹਨਾਂ ਦੇ ਵੇਲੇ ਇਹ ਪ੍ਰਫੁੱਲਿਤ ਹੋਈਆਂ ਸੀ। ਇਸ ਤੋਂ ਬਾਅਦ ਇੱਕ ਨਵੀਂ ਚੀਜ਼ ਹੈ ਜੋ ਇਹਨਾਂ ਦੇ ਦੁਆਰਾ ਕੀਤੀ ਗਈ ਸੀ ਜੀ, ਉਹ ਸੀ ਕਿ ਸਿੱਖਾਂ ਨੂੰ ਜੀ ਇਹਨਾਂ ਨੇ ਸਰੀਰਕ ਤਾਕਤ ਵਧਾਉਣ ਵੱਲ ਪ੍ਰੇਰਿਤ ਕੀਤਾ। ਇਸੇ ਲਈ ਜੀ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਇੱਕ ਅਖਾੜੇ ਦਾ ਨਿਰਮਾਣ ਕਰਵਾਇਆ। ਅਖਾੜਾ ਬਣਵਾਇਆ ਜੀ ਸਿੱਖਾਂ ਦੇ ਲਈ, ਤਾਂ ਕਿ ਉਹ ਸਰੀਰਕ ਕਸਰਤਾਂ ਕਰ ਸਕਣ ਅਤੇ ਆਪਣੇ ਆਪ ਨੂੰ ਤਾਕਤਵਰ ਬਣਾ ਸਕਣ, ਕਿਉਂਕਿ ਇਹ ਸਮਝਦੇ ਸੀ ਕਿ ਮਾਈਂਡ ਦੇ ਨਾਲ ਆਪਾਂ ਨੂੰ ਫਿਜ਼ੀਕਲੀ ਵੀ ਫਿੱਟ ਹੋਣਾ ਚਾਹੀਦਾ ਹੈ, ਕਿਉਂਕਿ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਜੋ ਮਨ ਆ ਉਹ ਨਿਵਾਸ ਕਰ ਸਕਦਾ ਹੈ। ਇਸ ਤਰ੍ਹਾਂ ਦੀ ਇਹਨਾਂ ਦੀ ਆਈਡੀਓਲੋਜੀ ਸੀ। ਇਸ ਤੋਂ ਬਾਅਦ ਆਪਾਂ ਗੱਲ ਕਰ ਲੈਂਦੇ ਹਾਂ ਜੀ ਕਿ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਕਿੰਨੇ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੋਏ ਗਏ ਨੇ, ਜੋ ਇਹਨਾਂ ਦੇ ਦੁਆਰਾ ਰਚੇ ਗਏ ਨੇ। ਤਾਂ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਜੀ ਰਚੇ ਕੁੱਲ 62 ਸ਼ਬਦ ਨੇ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤੇ ਗਏ ਨੇ। ਇਸ ਤੋਂ ਅੱਗੇ ਆਪਾਂ ਦੇਖਦੇ ਹਾਂ ਜੀ ਕਿ ਜੋ ਬਾਬਾ ਸ਼੍ਰੀ ਚੰਦ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸੀ, ਉਹਨਾਂ ਦੇ ਦੁਆਰਾ ਜੋ ਉਦਾਸੀ ਮਤ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜੀ, ਉਹ ਗੁਰੂ ਅੰਗਦ ਦੇਵ ਜੀ ਦੇ ਵੇਲੇ ਹੀ ਕੀਤੀ ਗਈ ਸੀ। ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਜਾਂਦੇ ਨੇ ਅਤੇ ਉਹ ਆਪਣਾ ਉੱਤਰਾਧਿਕਾਰੀ ਚੁਣ ਲੈਂਦੇ ਆ ਜੀ ਗੁਰੂ ਅੰਗਦ ਦੇਵ ਜੀ ਨੂੰ, ਯਾਨੀ ਕਿ ਸਿੱਖ ਧਰਮ ਦੇ ਜੋ ਦੂਸਰੇ ਗੁਰੂ ਚੁਣ ਲੈਂਦੇ ਆ ਜੀ, ਉਹ ਅੰਗਦ ਦੇਵ ਜੀ ਨੂੰ ਚੁਣਦੇ ਨੇ। ਇਸੇ ਸਮੇਂ ਜੋ ਸ਼੍ਰੀ ਚੰਦ ਨੇ, ਬਾਬਾ ਸ਼੍ਰੀ ਚੰਦ ਨੇ, ਉਹ ਆਪਣਾ ਇੱਕ ਅਲੱਗ ਧਰਮ ਚਲਾ ਲੈਂਦੇ ਆ ਜੀ, ਜਿਸ ਨੂੰ ਉਹ ਉਦਾਸੀ ਮਤ ਕਹਿੰਦੇ ਆ, ਅਤੇ ਇਹ ਜੀ ਸੰਨਿਆਸੀ ਜੀਵਨ ਦੇ ਵੱਲ ਜ਼ਿਆਦਾ ਪ੍ਰੇਰਿਤ ਹੁੰਦਾ ਹੈ, ਜਦੋਂ ਕਿ ਸਿੱਖ ਧਰਮ ਹੈ ਜੋ ਉਹ ਗ੍ਰਹਿਸਥ ਜੀਵਨ ਦੇ ਵਿੱਚ ਰਹਿ ਕੇ ਹੀ ਪ੍ਰਭੂ ਨੂੰ ਮੰਨਣ ਦੀ ਗੱਲ ਕਰਦੇ ਨੇ। ਠੀਕ ਹੈ ਜੀ, ਇਹ ਇਹਨਾਂ ਦੇ ਵਿੱਚ ਮੇਨ ਡਿਫਰੈਂਸ ਹੁੰਦੇ ਨੇ।
ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਜੀ 1546 ਈਸਵੀ ਦੇ ਵਿੱਚ ਇੱਕ ਧਾਰਮਿਕ ਨਗਰ ਵਸਾਇਆ ਜਾਂਦਾ ਹੈ, ਜਿਸ ਦਾ ਨਾਮ ਹੁੰਦਾ ਹੈ ਜੀ ਗੋਇੰਦਵਾਲ ਸਾਹਿਬ। ਅਤੇ ਇਹ ਸਿੱਖ ਸੰਗਤਾਂ ਦੇ ਵਿੱਚ ਜੀ ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੁੰਦਾ ਹੈ। ਇਸ ਨੂੰ ਇੱਕ ਧਾਰਮਿਕ ਸਥਾਨ ਅੱਜ ਵੀ ਮੰਨਿਆ ਜਾਂਦਾ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਜੀ ਇੱਕ ਬਹੁਤ ਹੀ ਮਹੱਤਵਪੂਰਨ ਕੰਮ ਕੀਤਾ ਗਿਆ ਹੈ ਕਿ ਉਹਨਾਂ ਨੇ ਜੋ ਗੁਰਮੁਖੀ ਲਿਪੀ ਹੈ ਜੀ, ਇਸ ਨੂੰ ਆਧੁਨਿਕ ਰੂਪ ਦਿੱਤਾ ਸੀ। ਜੋ ਆਪਣੀ ਪੰਜਾਬੀ ਭਾਸ਼ਾ ਹੈ ਜੀ, ਇਸ ਨੂੰ ਲਿਖਣ ਦੇ ਲਈ ਜੋ ਲਿਪੀ ਵਰਤੀ ਜਾਂਦੀ ਹੈ, ਇਹ ਗੁਰਮੁਖੀ ਲਿਪੀ ਹੈ। ਠੀਕ ਹੈ ਜੀ। ਅਤੇ ਇਸੇ ਲਿਪੀ ਨੂੰ ਜੋ ਆਧੁਨਿਕ ਰੂਪ ਦਿੱਤਾ ਗਿਆ, ਜਿਸ ਨੂੰ ਆਪਾਂ ਅੱਜ ਵੀ ਵਰਤਦੇ ਹਾਂ ਜੀ ਲਿਖਣ ਦੇ ਵਿੱਚ, ਉਹ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਹੀ ਦਿੱਤਾ ਗਿਆ ਸੀ। ਠੀਕ ਹੈ ਜੀ। ਇਸ ਤੋਂ ਪਹਿਲਾਂ ਜੋ ਗੁਰਮੁਖੀ ਲਿਪੀ ਸੀ, ਉਸ ਦਾ ਰੂਪ ਥੋੜ੍ਹਾ ਜਿਹਾ ਡਿਫਰੈਂਟ ਸੀ। ਠੀਕ ਹੈ ਜੀ। ਇਸ ਤੋਂ ਇਲਾਵਾ ਜੀ ਇੱਕ ਹੋਰ ਪ੍ਰਸ਼ਨ ਜੋ ਆਪਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਬਾਰੇ ਪੁੱਛਿਆ ਜਾ ਸਕਦਾ ਹੈ, ਉਹ ਆਉਂਦਾ ਹੈ ਜੀ ਇਹਨਾਂ ਦੇ ਦਰਬਾਰੀ ਜੋ ਰਾਗੀ ਸੀ ਉਹਨਾਂ ਦੇ ਰਿਲੇਟਡ। ਠੀਕ ਹੈ ਜੀ। ਇਹ ਦੋ ਵਿਅਕਤੀ ਸੀ ਜੀ, ਇੱਕ ਦਾ ਨਾਮ ਸੀ ਸੱਤਾ ਅਤੇ ਦੂਸਰਾ ਸੀ ਬਲਵੰਡ। ਇਹ ਉਸ ਸਮੇਂ ਜੀ ਗੁਰੂ ਦੇ ਨਾਲ ਹੁੰਦੇ ਸੀ ਅਤੇ ਇਹ ਗੁਰੂ ਸਾਹਿਬ ਜਦੋਂ ਆਪਣੇ ਕੁਝ ਬਾਣੀ ਬੋਲਦੇ ਸੀ ਜਾਂ ਉਹਨਾਂ ਦੇ ਕੋਲੇ ਕੁਝ ਸੰਗਤਾਂ ਆਉਂਦੀਆਂ ਸੀ, ਉਹ ਪ੍ਰਭੂ ਦੀ ਭਗਤੀ ਕਰਦੇ ਸੀ। ਅਤੇ ਉਸ ਸਮੇਂ ਇਹ ਜੋ ਦੋਨੋਂ ਵਿਅਕਤੀ ਆ ਜੀ, ਇਹ ਕੀਰਤਨ ਕਰਦੇ ਸੀ। ਇਹਨਾਂ ਨੂੰ ਜੀ ਆਪਣੀ ਕਲਾ ਦੇ ਉੱਪਰ, ਆਪਣੇ ਹੁਨਰ ਦੇ ਉੱਪਰ ਬਾਅਦ ਦੇ ਵਿੱਚ ਹੰਕਾਰ ਹੋ ਜਾਂਦਾ ਹੈ, ਜਿਸ ਕਾਰਨ ਜੀ ਇਹ ਸੰਗਤਾਂ ਨਾਲ ਅਤੇ ਗੁਰੂ ਸਾਹਿਬ ਦੇ ਨਾਲ ਵੀ ਕਈ ਵਾਰ ਮਿਸਬਿਹੇਵ ਕਰਦੇ ਨੇ। ਅਤੇ ਇਸ ਤੋਂ ਬਾਅਦ ਕੀ ਹੁੰਦਾ ਹੈ ਜੀ ਕਿ ਗੁਰੂ ਸਾਹਿਬ ਇਹਨਾਂ ਨੂੰ ਦੰਡ ਦਿੰਦੇ ਨੇ, ਇਹਨਾਂ ਦੀ ਗਲਤੀ ਦਾ ਸਬਕ ਦੇਣ ਲਈ ਇਹਨਾਂ ਨੂੰ ਆਪਣੇ ਦਰਬਾਰ ਦੇ ਵਿੱਚੋਂ ਕੱਢ ਦਿੰਦੇ ਨੇ। ਠੀਕ ਹੈ ਜੀ। ਇਹ ਵੀ ਕਈ ਵਾਰ ਪੁੱਛਿਆ ਜਾ ਸਕਦਾ ਹੈ ਵੀ ਕਿਹੜੇ ਕਿਹੜੇ ਦੋ ਰਾਗੀ ਸੀ, ਅਤੇ ਤੁਸੀਂ ਸੱਤਾ ਅਤੇ ਬਲਵੰਡ ਦਾ ਨਾਮ ਯਾਦ ਰੱਖ ਲੈਣਾ ਹੈ। ਇਸ ਤੋਂ ਜ਼ਿਆਦਾ ਡਿਟੇਲ 'ਚ ਨਹੀਂ ਕੁਛ ਪੁੱਛਦੇ। ਇਸ ਤੋਂ ਇਲਾਵਾ ਜੀ ਜਦੋਂ ਸਿੱਖ ਧਰਮ ਪੰਜਾਬ ਦੇ ਵਿੱਚ ਪ੍ਰਫੁੱਲਤ ਹੋ ਰਿਹਾ ਸੀ, ਵੱਧ ਫੁੱਲ ਰਿਹਾ ਸੀ, ਅਤੇ ਇਸ ਸਮੇਂ ਭਾਰਤ ਦੇ ਵਿੱਚ ਜੋ ਮੁਗਲ ਹੈ ਜੀ, ਉਹ ਆ ਚੁੱਕੇ ਸੀ। ਆਪਾਂ ਨੇ ਜਿਵੇਂ ਮੁਗਲ ਜੋ ਆਪਣੀ ਸੀਰੀਜ਼ ਚੱਲ ਰਹੀ ਸੀ ਜੀ ਹਿਸਟਰੀ ਦੇ ਵਿੱਚ, ਆਪਾਂ ਪੜ੍ਹ ਚੁੱਕੇ ਹਾਂ ਸਾਰਾ ਮੁਗਲਾਂ ਦੇ ਬਾਰੇ, ਅਤੇ ਆਪਾਂ ਨੂੰ ਪਤਾ ਹੈ ਜੀ ਕਿ 1526 ਦੇ ਵਿੱਚ ਬਾਬਰ ਭਾਰਤ ਦੇ ਵਿੱਚ ਆਉਂਦਾ ਹੈ। 1530 ਦੇ ਵਿੱਚ ਉਸ ਤੋਂ ਬਾਅਦ ਹੁਮਾਯੂੰ ਜੋ ਅਗਲਾ ਸ਼ਾਸਕ ਬਣ ਜਾਂਦਾ ਹੈ। ਅਤੇ ਗੁਰੂ ਸਾਹਿਬ ਦਾ ਜੋ ਸਮਾਂ ਸੀ, ਇਸ ਦੇ ਵਿੱਚ ਜੋ ਮੁਗਲ ਕਾਲ ਦੀ ਟਾਈਮ ਲਾਈਨ ਚੱਲ ਰਹੀ ਸੀ, ਉਸ ਦੇ ਵਿੱਚ ਦੂਸਰਾ ਸ਼ਾਸਕ ਹੁੰਦਾ ਹੈ ਜੀ, ਜੋ ਸੀ ਹੁਮਾਯੂੰ। ਮੁਗਲ ਸ਼ਾਸਕ ਹੁਮਾਯੂੰ ਵੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਆਉਂਦਾ ਹੈ ਅਤੇ ਇਹ ਵੀ ਜੀ ਉਹਨਾਂ ਦੇ ਦਰਸ਼ਨ ਕਰਕੇ ਜਾਂਦਾ ਹੈ। ਯਾਨੀ ਕਿ ਜੋ ਮੁਗਲ ਸੀ, ਇਸ ਸਮੇਂ ਤੱਕ ਉਹ ਸਿੱਖਾਂ ਦਾ ਜੀ ਸਤਿਕਾਰ ਕਰਦੇ ਨੇ, ਉਹਨਾਂ ਦੇ ਗੁਣਗਾਨ ਨੂੰ ਵੀ ਜੀ ਉਹ ਆਪਣੇ ਇੱਕ ਗੁਰੂ ਦੇ ਵਾਂਗੂ ਟਰੀਟ ਕਰਦੇ ਨੇ। ਠੀਕ ਹੈ ਜੀ। ਇਹ ਕਈ ਵਾਰ ਪੁੱਛ ਲਿਆ ਜਾਂਦਾ ਹੈ ਕਿ ਗੁਰੂ ਅੰਗਦ ਦੇਵ ਜੀ ਦੇ ਸਮੇਂ ਕਿਹੜਾ ਮੁਗਲ ਸ਼ਾਸਕ ਸੀ, ਕਿਹੜਾ ਉਹਨਾਂ ਦਾ ਸਮਕਾਲੀ ਸੀ, ਜਾਂ ਕੌਣ ਉਹਨਾਂ ਦੇ ਦਰਸ਼ਨ ਕਰਨ ਲਈ ਆਇਆ ਸੀ। ਅਤੇ ਜੇਕਰ ਤੁਹਾਡੇ ਸਮਾਂ ਯਾਦ ਹੈ ਜੀ, ਗੁਰੂਆਂ ਦਾ ਸਮਾਂ ਯਾਦ ਹੈ, ਜਾਂ ਤੁਹਾਡੇ ਜੋ ਮੁਗਲ ਸ਼ਾਸਕ ਸੀ ਉਹਨਾਂ ਦੀ ਟਾਈਮ ਲਾਈਨ ਯਾਦ ਹੈ, ਤਾਂ ਤੁਸੀਂ ਆਸਾਨੀ ਦੇ ਨਾਲ ਇਸ ਚੀਜ਼ ਨੂੰ ਦੱਸ ਸਕਦੇ ਹਾਂ। ਜੋ ਗੁਰੂ ਅੰਗਦ ਦੇਵ ਜੀ ਹੈ ਜੀ, ਇਹ 1552 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। ਅਤੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਹੈ ਜੀ, ਇਹ ਸਿੱਖ ਧਰਮ ਦਾ ਜੋ ਤੀਸਰਾ ਗੁਰੂ ਚਾਹੁੰਦੇ ਨੇ, ਉਹ ਚੁਣ ਲੈਂਦੇ ਨੇ ਜੀ ਗੁਰੂ ਅਮਰਦਾਸ ਜੀ ਨੂੰ। ਸਿੱਖ ਧਰਮ ਦੇ ਜੋ ਤੀਸਰੇ ਗੁਰੂ ਬਣਦੇ ਨੇ ਜੀ, ਇਹ ਹੈ ਸ਼੍ਰੀ ਗੁਰੂ ਅਮਰਦਾਸ ਜੀ। ਇਹਨਾਂ ਬਾਰੇ ਪੜ੍ਹਨ ਤੋਂ ਪਹਿਲਾਂ ਜੀ, ਜੇਕਰ ਹੁਣ ਤੱਕ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ, ਤੁਹਾਨੂੰ ਵੀਡੀਓ ਇਨਫੋਰਮੇਟਿਵ ਲੱਗ ਰਹੀ ਹੈ, ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਜੇਕਰ ਅਜੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਓ, ਅਤੇ ਨਾਲ ਵਾਲਾ ਬੈਲ ਆਈਕਨ ਵੀ ਪ੍ਰੈਸ ਕਰ ਲਓ। ਅਤੇ ਚੈਨਲ ਨੂੰ ਜੀ ਟੈਲੀਗ੍ਰਾਮ 'ਤੇ ਜ਼ਰੂਰ ਜੁਆਇਨ ਕਰ ਲਓ, ਤਾਂ ਕਿ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਦੇ ਜੋ PDF ਆ, ਉਹ ਫ੍ਰੀ ਆਫ ਕਾਸਟ ਮਿਲ ਸਕਣ। ਜੋ ਟੈਲੀਗ੍ਰਾਮ ਦਾ ਲਿੰਕ ਹੈ ਜੀ, ਇਹ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮਿਲ ਜਾਏਗਾ। ਅਤੇ ਇਸ ਤੋਂ ਇਲਾਵਾ ਜੀ ਕਮੈਂਟ ਸੈਕਸ਼ਨ ਦੇ ਵਿੱਚ ਮੈਂ ਕਮੈਂਟ ਪਿਨ ਕਰ ਦਾਂਗਾ, ਉਸ ਦੇ ਵਿੱਚ ਵੀ ਤੁਹਾਨੂੰ ਜੋ ਟੈਲੀਗ੍ਰਾਮ ਚੈਨਲ ਹੈ ਜੀ, ਉਸ ਦਾ ਲਿੰਕ ਮਿਲ ਜਾਏਗਾ। ਤੁਸੀਂ ਉੱਥੋਂ ਜਾ ਕੇ ਵੀ ਓਪਨ ਕਰਕੇ ਆਪਣੇ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਸਕਦੇ ਹੋ। ਹੁਣ ਆਪਾਂ ਵਧਦੇ ਹਾਂ ਜੀ ਆਪਣੇ ਟੌਪਿਕ 'ਤੇ। ਜੋ ਸ਼੍ਰੀ ਗੁਰੂ ਅਮਰਦਾਸ ਹੈ ਜੀ, ਇਹ ਸਿੱਖਾਂ ਦੇ ਤੀਸਰੇ ਗੁਰੂ ਬਣਦੇ ਨੇ, ਅਤੇ ਇਹ 1552 ਈਸਵੀ ਦੇ ਵਿੱਚ ਜੋ ਗੁਰਗੱਦੀ ਦੇ ਉੱਪਰ ਇਹ ਬੈਠਦੇ ਨੇ। ਜੋ ਸ਼੍ਰੀ ਗੁਰੂ ਅਮਰਦਾਸ ਹੈ ਜੀ, ਜਿਸ ਤਰ੍ਹਾਂ ਤੁਸੀਂ ਪਿਕਚਰ ਦੇ ਵਿੱਚ ਵੀ ਦੇਖ ਰਹੇ ਹੋ, ਜਦੋਂ ਇਹ ਗੁਰੂ ਬਣਦੇ ਨੇ, ਜਦੋਂ ਇਹਨਾਂ ਨੂੰ ਗੁਰਗੱਦੀ ਮਿਲਦੀ ਹੈ, ਅਤੇ ਇਹ ਕਾਫੀ ਜੀ ਓਲਡ ਏਜ ਦੇ ਵਿੱਚ ਹੁੰਦੇ ਨੇ। ਲਗਭਗ 73 ਸਾਲ ਦੀ ਉਮਰ ਹੁੰਦੀ ਹੈ ਜੀ ਇਹਨਾਂ ਦੀ, ਜਦੋਂ ਇਹ ਗੁਰਗੱਦੀ ਇਹਨਾਂ ਨੂੰ ਮਿਲਦੀ ਹੈ, ਗੁਰੂ ਬਣਦੇ ਨੇ। ਠੀਕ ਹੈ ਜੀ। ਹੁਣ ਆਪਾਂ ਇਹਨਾਂ ਦੇ ਜਨਮ ਦੇ ਬਾਰੇ ਜਾਣ ਲੈਂਦੇ ਹਾਂ, ਕਿਸ ਸਥਾਨ 'ਤੇ ਹੋਇਆ, ਕਦੋਂ ਹੋਇਆ, ਇਹਨਾਂ ਦੇ ਮਾਤਾ ਪਿਤਾ ਕੌਣ ਸੀ, ਉਹਨਾਂ ਦੇ ਬਾਰੇ ਵੀ ਆਪਾਂ ਪੜ੍ਹ ਲੈਂਦੇ ਹਾਂ। ਜੋ ਸ਼੍ਰੀ ਗੁਰੂ ਅਮਰਦਾਸ ਹੈ ਜੀ, ਇਹਨਾਂ ਦਾ ਜਨਮ ਹੁੰਦਾ ਹੈ 1479 ਈਸਵੀ ਦੇ ਵਿੱਚ। ਠੀਕ ਹੈ ਜੀ। ਅਤੇ ਇਹ ਹੁੰਦਾ ਹੈ ਜੀ ਪਿੰਡ ਬਾਸਰਕੇ ਵਿੱਚ, ਜੋ ਕਿ ਅੰਮ੍ਰਿਤਸਰ ਜ਼ਿਲ੍ਹਾ ਦੇ ਵਿੱਚ ਆਉਂਦਾ ਹੈ। ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੇ ਚੇਲੇ ਬਣਦੇ ਨੇ, ਅਤੇ ਉਸ ਸਮੇਂ ਉਹਨਾਂ ਦੀ ਉਮਰ ਸੀ ਜੀ 62 ਸਾਲ। ਲਗਭਗ 62 ਸਾਲ ਦੀ ਉਮਰ ਦੇ ਵਿੱਚ ਜਾ ਕੇ ਹੀ ਇਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਗੁਰੂ ਮੰਨਣ ਲੱਗੇ ਸੀ, ਉਹਨਾਂ ਦੇ ਚੇਲੇ ਬਣੇ ਸੀ। ਅਤੇ ਉਸ ਤੋਂ ਜੀ ਲਗਭਗ 11 ਸਾਲ ਬਾਅਦ, ਯਾਨੀ ਕਿ 73 ਸਾਲ ਦੀ ਉਮਰ ਦੇ ਵਿੱਚ ਇਹ ਜਾ ਕੇ ਫਿਰ ਤੀਸਰੇ ਗੁਰੂ ਬਣ ਜਾਂਦੇ ਨੇ। ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਹੈ ਜੀ ਸ਼੍ਰੀ ਤੇਜਪਾਲ ਜੀ, ਇਹ ਵੀ ਤੁਸੀਂ ਯਾਦ ਰੱਖ ਲੈਣਾ ਹੈ। ਹੁਣ ਤੱਕ ਆਪਾਂ ਪੜ੍ਹ ਚੁੱਕੇ ਹਾਂ ਜੀ ਕਿ ਗੁਰੂ ਅਮਰਦਾਸ ਜੀ ਨੂੰ ਕਦੋਂ ਗੱਦੀ ਪ੍ਰਾਪਤ ਹੁੰਦੀ ਹੈ, ਕਿਤੇ ਉਹਨਾਂ ਦਾ ਜਨਮ ਹੁੰਦਾ ਹੈ, ਕਿਸ ਤਾਰੀਖ ਨੂੰ ਹੁੰਦਾ ਹੈ। ਹੁਣ ਆਪਾਂ ਵੇਖਦੇ ਹਾਂ ਜੀ ਇਹਨਾਂ ਦੇ ਫੈਮਿਲੀ ਬਾਰੇ। ਜੋ ਗੁਰੂ ਅਮਰਦਾਸ ਹੈ ਜੀ, ਇਹਨਾਂ ਦੀ ਪਤਨੀ ਦਾ ਨਾਮ ਹੈ ਰਾਮ ਦੇਵੀ ਜੀ, ਅਤੇ ਇਹਨਾਂ ਦੇ ਘਰ ਜੀ 2 ਪੁੱਤਰ ਜਨਮ ਲੈਂਦੇ ਨੇ, ਜਿਨ੍ਹਾਂ ਦਾ ਨਾਮ ਹੁੰਦਾ ਹੈ ਮੋਹਨ ਅਤੇ ਮੋਹਰੀ।
ਇਸ ਤੋਂ ਇਲਾਵਾ ਜੀ ਇਹਨਾਂ ਦੇ ਘਰ 2 ਪੁੱਤਰੀਆਂ ਵੀ ਜਨਮ ਲੈਂਦੀਆਂ ਨੇ, ਜਿਨ੍ਹਾਂ ਦਾ ਨਾਮ ਹੈ ਜੀ ਬੀਬੀ ਦਾਨੀ ਅਤੇ ਬੀਬੀ ਭਾਨੀ। ਜਦੋਂ ਗੁਰੂ ਸਾਹਿਬ ਜੀ ਗੁਰਗੱਦੀ ਦੇ ਉੱਤੇ ਵਿਰਾਜਮਾਨ ਹੁੰਦੇ ਨੇ, ਉਹ ਗੁਰੂ ਬਣਦੇ ਨੇ, ਤਾਂ ਉਸ ਸਮੇਂ ਉਹਨਾਂ ਦੀ ਉਮਰ ਬਹੁਤ ਜ਼ਿਆਦਾ ਸੀ। ਇਸ ਲਈ ਜੀ ਉਹ ਜਗ੍ਹਾ ਜਗ੍ਹਾ 'ਤੇ ਜਾ ਕੇ ਜੋ ਸਿੱਖ ਧਰਮ ਹੈ ਜੀ ਉਸ ਦਾ ਪ੍ਰਚਾਰ ਨਹੀਂ ਕਰ ਸਕਦੇ ਸੀ, ਨਾ ਹੀ ਉਹ ਸਾਰੀਆਂ ਸੰਗਤਾਂ ਨੂੰ ਦਰਸ਼ਨ ਦੇ ਸਕਦੇ ਸੀ। ਇਸ ਸਭ ਦੇ ਸੋਲਿਊਸ਼ਨ ਲਈ ਜੀ ਉਹਨਾਂ ਨੇ ਮੰਜੀ ਪ੍ਰਥਾ ਨੂੰ ਸ਼ੁਰੂ ਕੀਤਾ ਹੈ। ਮੰਜੀ ਪ੍ਰਥਾ ਬੇਸਿਕਲੀ ਇਹ ਸੀ ਜੀ ਕਿ ਉਹਨਾਂ ਨੇ 22 ਜੋ ਵਿਅਕਤੀ ਸੀ ਉਹਨਾਂ ਨੂੰ ਇੱਕ ਪਦਵੀ ਦੇ ਦਿੱਤੀ ਸੀ ਕਿ ਉਹ ਵੱਖ-ਵੱਖ ਜਗ੍ਹਾ ਦੇ ਉੱਪਰ ਜਾ ਕੇ ਉਹ ਜੋ ਗੁਰੂ ਸਾਹਿਬ ਦੀ ਬਾਣੀ ਸੀ, ਜੋ ਧਰਮ ਸੀ, ਜੋ ਉਹਨਾਂ ਦੀ ਆਈਡੀਓਲੋਜੀ ਸੀ, ਉਸ ਦਾ ਪ੍ਰਚਾਰ ਕਰਦੇ ਸੀ ਅਤੇ ਇਸ ਤਰ੍ਹਾਂ ਜੋ ਵੱਧ ਤੋਂ ਵੱਧ ਸੰਗਤਾਂ ਤੱਕ ਜੋ ਸਿੱਖ ਧਰਮ ਹੈ ਜੀ ਉਹਨਾਂ ਦਾ ਪ੍ਰਚਾਰ ਹੋ ਸਕਦਾ ਸੀ, ਕਿਉਂਕਿ ਗੁਰੂ ਸਾਹਿਬ ਦੇ ਲਈ ਇੰਨੀ ਓਲਡ ਏਜ ਦੇ ਵਿੱਚ ਹਰ ਜਗ੍ਹਾ 'ਤੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਪੋਸੀਬਲ ਨਹੀਂ ਸੀ। ਇਸ ਲਈ ਜੋ ਗੁਰੂ ਸਾਹਿਬ ਹੈ ਜੀ ਇਹਨਾਂ ਨੇ ਮੰਜੀ ਪ੍ਰਥਾ ਨੂੰ ਸ਼ੁਰੂ ਕੀਤਾ ਸੀ। ਉਹਨਾਂ ਨੇ ਆਪਣੇ ਜੋ ਧਾਰਮਿਕ ਸਾਮਰਾਜ ਹੈ ਜੀ, ਜੋ ਉਹਨਾਂ ਦਾ ਖੇਤਰ ਸੀ, ਉਸ ਨੂੰ 22 ਮੰਜੀਆਂ ਦੇ ਵਿੱਚ ਵੰਡ ਦਿੱਤਾ ਸੀ, ਯਾਨੀ ਕਿ 22 ਵਿਅਕਤੀਆਂ ਨੂੰ ਉਹਨਾਂ ਨੇ ਨਿਯੁਕਤ ਕੀਤਾ ਸੀ ਜਿਨ੍ਹਾਂ ਨੂੰ ਮੰਜੀਦਾਰ ਕਿਹਾ ਜਾਂਦਾ ਸੀ ਅਤੇ ਜੋ ਇਹ ਮੰਜੀ ਪ੍ਰਥਾ ਦੇ ਅਕੋਰਡਿੰਗ ਚੱਲ ਕੇ ਸਿੱਖ ਧਰਮ ਦਾ ਵੱਖ-ਵੱਖ ਜਗ੍ਹਾ 'ਤੇ ਪ੍ਰਚਾਰ ਕਰਦੇ ਸੀ। ਗੁਰੂ ਅਮਰਦਾਸ ਜੀ ਨੇ ਜੀ ਗੋਇੰਦਵਾਲ ਸਾਹਿਬ ਵਿਖੇ 84 ਪੌੜੀਆਂ ਵਾਲੀ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਹੈ। ਇਹ ਉਹੀ ਗੋਇੰਦਵਾਲ ਸਾਹਿਬ ਹੈ ਜੀ ਜਿਸ ਨਗਰ ਨੂੰ ਗੁਰੂ ਅੰਗਦ ਦੇਵ ਜੀ ਨੇ ਵਸਾਇਆ ਸੀ। ਉਸੇ ਦੇ ਵਿੱਚ ਜੋ ਤੀਸਰੇ ਗੁਰੂ ਹੈ ਜੀ ਉਹ ਉੱਥੇ ਇੱਕ ਬਾਉਲੀ ਦਾ ਨਿਰਮਾਣ ਕਰਦੇ ਨੇ ਅਤੇ ਉਸ ਦੇ ਵਿੱਚ ਜੀ 84 ਪੌੜੀਆਂ ਬਣਵਾਉਂਦੇ ਨੇ ਅਤੇ ਇਹ ਸਮਝਿਆ ਜਾਂਦਾ ਹੈ ਜੀ ਕਿ ਜੋ ਗੋਇੰਦਵਾਲ ਸਾਹਿਬ ਦੇ ਵਿੱਚ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਵਾਇਆ ਗਿਆ ਹੈ, ਇਸ ਦੇ ਵਿੱਚ ਜੇਕਰ ਕੋਈ ਵੀ ਵਿਅਕਤੀ ਇਸ਼ਨਾਨ ਕਰਦਾ ਹੈ ਤਾਂ ਉਹ ਜੋ ਆਪਣੀਆਂ 84 ਲੱਖ ਜੂਨਾਂ ਹੈ ਜੀ ਉਸ ਦੇ ਚੱਕਰ ਦੇ ਵਿੱਚੋਂ ਮੁਕਤ ਹੋ ਸਕਦਾ ਹੈ, ਯਾਨੀ ਕਿ ਉਸ ਨੂੰ ਮੁਕਤੀ ਮਿਲ ਸਕਦੀ ਹੈ, ਉਹ ਜਿਉਣ ਮਰਨ ਦੇ ਚੱਕਰ ਦੇ ਵਿੱਚੋਂ ਮੁਕਤ ਹੋ ਸਕਦਾ ਹੈ। ਇਸ ਕਾਰਨ ਹੀ ਜੋ ਇਹ ਜੀ ਗੋਇੰਦਵਾਲ ਸਾਹਿਬ ਹੈ ਅਤੇ ਜੋ ਇਹ ਬਾਉਲੀ ਆ, ਇਸ ਨੂੰ ਬਹੁਤ ਜ਼ਿਆਦਾ ਪਵਿੱਤਰ ਸਮਝਿਆ ਜਾਂਦਾ ਹੈ ਅਤੇ ਵੱਖ-ਵੱਖ ਤਿਉਹਾਰਾਂ ਦੇ ਸਮੇਂ ਜੋ ਸਿੱਖ ਸੰਗਤਾਂ ਹੁੰਦੀਆਂ ਨੇ ਉਹ ਗੋਇੰਦਵਾਲ ਸਾਹਿਬ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ, ਉਹ ਗੁਰੂ ਦੇ ਦਰਸ਼ਨ ਵੀ ਕਰਦੀਆਂ ਨੇ ਅਤੇ ਇਸ ਬਾਉਲੀ ਦੇ ਵਿੱਚ ਜੀ ਉਹ ਇਸ਼ਨਾਨ ਵੀ ਕਰਦੀਆਂ ਨੇ। ਇਸ ਤਰ੍ਹਾਂ ਜੀ ਇੱਕ ਪਵਿੱਤਰ ਸਥਾਨ ਸਥਾਪਿਤ ਕੀਤਾ ਜਾਂਦਾ ਹੈ ਜੀ, ਉਸ ਦਾ ਨਿਰਮਾਣ ਹੁੰਦਾ ਹੈ ਅਤੇ ਬਹੁਤ ਹੀ ਜ਼ਿਆਦਾ ਉਹ ਪ੍ਰਸਿੱਧ ਵੀ ਹੁੰਦਾ ਹੈ ਸਿੱਖ ਸੰਗਤਾਂ ਦੇ ਵਿੱਚ। ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ ਕਿ ਗੁਰੂ ਅੰਗਦ ਦੇਵ ਜੀ ਨੂੰ ਜੋ ਉਸ ਸਮੇਂ ਦੇ ਮੁਗਲ ਸ਼ਾਸਕ ਸੀ ਉਹ ਉਹਨਾਂ ਦੇ ਦਰਸ਼ਨ ਕਰਨ ਲਈ ਆਉਂਦੇ ਨੇ, ਉਸੇ ਤਰ੍ਹਾਂ ਜੀ ਜਦੋਂ ਗੁਰੂ ਅਮਰਦਾਸ ਜੀ ਗੱਦੀ ਦੇ ਉੱਤੇ ਹੁੰਦੇ ਨੇ ਤਾਂ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਜੋ ਮੁਗਲ ਸ਼ਾਸਕ ਅਕਬਰ ਹੈ ਜੀ ਉਹ ਆਉਂਦਾ ਹੈ। ਉਹ ਗੋਇੰਦਵਾਲ ਸਾਹਿਬ ਦੇ ਵਿੱਚ ਆਉਂਦਾ ਹੈ ਜੀ 1567 ਈਸਵੀ ਦੇ ਵਿੱਚ। ਇਹ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਅਕਬਰ ਕਿਸ ਗੁਰੂ ਦੇ ਦਰਸ਼ਨ ਕਰਨ ਗਿਆ ਸੀ, ਜਾਂ ਫਿਰ ਗੁਰੂ ਸਾਹਿਬ ਦਾ ਨਾਮ ਦੇ ਦਿੱਤਾ ਜਾਂਦਾ ਹੈ ਜੀ ਕਿ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਕਿਹੜਾ ਮੁਗਲ ਸ਼ਾਸਕ ਆਇਆ ਸੀ। ਤਾਂ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਜੀ ਕਿ ਅਕਬਰ ਹੈ ਜੋ ਉਹ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਦੇ ਲਈ ਆਇਆ ਸੀ। ਜਿਵੇਂ ਕਿ ਆਪਾਂ ਨੂੰ ਪਤਾ ਹੈ ਜੀ ਕਿ 1555-56 ਈਸਵੀ ਦੇ ਵਿੱਚ ਜੋ ਅਕਬਰ ਸੀ ਉਹ ਸ਼ਾਸਕ ਬਣ ਜਾਂਦਾ ਹੈ ਅਤੇ ਇੱਥੇ ਜੋ ਗੁਰੂ ਸਾਹਿਬ ਦਾ ਸਮਾਂ ਹੈ ਜੀ 1552 ਤੋਂ 1574 ਈਸਵੀ ਤੱਕ ਆ। ਜੇਕਰ ਤੁਹਾਨੂੰ ਦੋਨੋਂ ਟਾਈਮ ਲਾਈਨ ਯਾਦ ਹੈ, ਮੁਗਲਾਂ ਦੀਆਂ ਟਾਈਮ ਲਾਈਨਸ ਅਤੇ ਸਿੱਖ ਧਰਮ ਦੇ ਜੋ ਗੁਰੂ ਆ ਇਹਨਾਂ ਦੀ ਟਾਈਮ ਲਾਈਨ ਤੁਹਾਨੂੰ ਯਾਦ ਹੈ ਵੀ ਕਿਹੜਾ ਗੁਰੂ ਕਿੰਨੇ ਤੋਂ ਕਿੰਨੇ ਸਮੇਂ ਤੱਕ ਸੀ, ਤਾਂ ਤੁਹਾਨੂੰ ਜੀ ਇੱਦਾਂ ਦੇ ਪ੍ਰਸ਼ਨ ਦੇ ਵਿੱਚ ਤੁਸੀਂ ਕਨਫਿਊਜ਼ ਨਹੀਂ ਹੁੰਦੇ ਅਤੇ ਤੁਹਾਡੇ ਇਹ ਨੰਬਰ ਬਿਲਕੁਲ ਵੀ ਖਰਾਬ ਨਹੀਂ ਹੋਣਗੇ। ਇਸ ਲਈ ਇਹਨਾਂ ਦੀ ਟਾਈਮ ਲਾਈਨ ਨੂੰ ਤੁਸੀਂ ਜ਼ਰੂਰ ਯਾਦ ਰੱਖ ਲੈਣਾ ਹੈ। ਜਦੋਂ ਅਕਬਰ ਜੀ ਗੋਇੰਦਵਾਲ ਸਾਹਿਬ ਦੇ ਵਿੱਚ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਆਉਂਦਾ ਹੈ ਤਾਂ ਉਸ ਤੋਂ ਪਹਿਲਾਂ ਜੀ ਉਹ ਦਰਸ਼ਨ ਕਰਨ ਤੋਂ ਪਹਿਲਾਂ ਲੰਗਰ ਦੇ ਵਿੱਚ ਬੈਠ ਕੇ ਭੋਜਨ ਛਕਦਾ ਹੈ। ਜਿਸ ਤਰ੍ਹਾਂ ਜੀ ਆਪਾਂ ਨੂੰ ਪਤਾ ਹੈ ਕਿ ਸੰਗਤ ਤੇ ਪੰਗਤ ਪ੍ਰਥਾ ਜੋ ਸ਼ੁਰੂ ਤੋਂ ਹੀ ਚੱਲੀ ਆ ਰਹੀ ਹੈ ਸਿੱਖ ਧਰਮ ਦੇ ਵਿੱਚ, ਉਸੇ ਨੂੰ ਹੀ ਮੰਨਦੇ ਹੋਏ ਜੋ ਅਕਬਰ ਹੈ ਜੀ ਇਹ ਵੀ ਇੱਕ ਆਮ ਵਿਅਕਤੀ ਵਾਂਗ ਬਾਕੀ ਸਾਰਿਆਂ ਦੇ ਨਾਲ ਪੰਗਤ ਦੇ ਵਿੱਚ ਬੈਠ ਕੇ ਹੀ ਲੰਗਰ ਕਰਦਾ ਹੈ। ਠੀਕ ਹੈ ਜੀ, ਲੰਗਰ ਛਕਦਾ ਹੈ। ਇਸ ਤੋਂ ਇਲਾਵਾ ਜਦੋਂ ਅਕਬਰ ਜੀ ਗੁਰੂ ਸਾਹਿਬ ਦੇ ਦਰਸ਼ਨ ਕਰ ਲੈਂਦਾ ਹੈ ਤਾਂ ਉਸ ਤੋਂ ਬਾਅਦ ਉਹ ਖੁਸ਼ ਹੋ ਕੇ ਜੀ ਉਸ ਦਾ ਮਨ ਪ੍ਰਸੰਨ ਹੁੰਦਾ ਹੈ ਅਤੇ ਉਹ ਬੀਬੀ ਭਾਨੀ ਜੀ ਜੋ ਕਿ ਗੁਰੂ ਅਮਰਦਾਸ ਜੀ ਦੀ ਬੇਟੀ ਆ, ਉਹਨਾਂ ਨੂੰ ਭੇਟ ਦੇ ਰੂਪ ਵਿੱਚ ਜੀ ਕੁਝ ਭੂਮੀ ਦਾਨ ਦਿੰਦਾ ਹੈ। ਇਸੇ ਭੂਮੀ ਦੇ ਉੱਪਰ ਹੀ ਜੀ ਬਾਅਦ ਦੇ ਵਿੱਚ ਜਾ ਕੇ ਅੰਮ੍ਰਿਤਸਰ ਨਗਰ ਜੋ ਇਹ ਵਸਾਇਆ ਗਿਆ ਹੈ। ਜੋ ਅੰਮ੍ਰਿਤਸਰ ਨਗਰ ਵਸਾਇਆ ਗਿਆ, ਕਿਸ ਨੇ ਵਸਾਇਆ, ਇਸ ਦੇ ਬਾਰੇ ਆਪਾਂ ਅੱਗੇ ਵੀਡੀਓ ਦੇ ਵਿੱਚ ਗੱਲ ਕਰਾਂਗੇ। ਇਸ ਤੋਂ ਇਲਾਵਾ ਜੀ ਜੋ ਗੁਰੂ ਸਾਹਿਬ ਹੈ, ਗੁਰੂ ਅਮਰਦਾਸ ਜੀ ਨੇ, ਇਹਨਾਂ ਨੇ ਜੀ ਬਹੁਤ ਸਾਰਾ ਸਮਾਜ ਸੁਧਾਰ ਅਤੇ ਇਸਤਰੀ ਸੁਧਾਰ ਦੇ ਲਈ ਵੀ ਕਦਮ ਚੱਕੇ, ਬਹੁਤ ਜ਼ਿਆਦਾ ਪ੍ਰਚਾਰ ਕੀਤਾ। ਇਹਨਾਂ ਨੇ ਜੀ ਸਤੀ ਪ੍ਰਥਾ, ਪਰਦਾ ਪ੍ਰਥਾ ਅਤੇ ਜੋ ਛੂਤ ਛਾਤ ਹੈ ਜੀ ਇਸ ਦਾ ਖੰਡਨ ਕੀਤਾ ਸੀ। ਇਸ ਤਰ੍ਹਾਂ ਦੇ ਜੋ ਸਮਾਜਿਕ ਸੁਧਾਰ ਹੈ ਜੀ ਇਹਨਾਂ ਨੂੰ ਕਰਨ ਦੇ ਵਿੱਚ ਵੀ ਗੁਰੂ ਅਮਰਦਾਸ ਜੀ ਨੇ ਬਹੁਤ ਹੀ ਜ਼ਿਆਦਾ ਆਪਣਾ ਯੋਗਦਾਨ ਪਾਇਆ। ਗੁਰੂ ਅਮਰਦਾਸ ਜੀ 1574 ਈਸਵੀ ਦੇ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ ਅਤੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੀ ਉਹ ਜੋ ਸਿੱਖ ਧਰਮ ਦਾ ਅਗਲਾ ਗੁਰੂ ਚਾਹੁੰਦੇ ਨੇ, ਜੋ ਆਪਣਾ ਉੱਤਰਾਧਿਕਾਰੀ ਚਾਹੁੰਦੇ ਨੇ, ਉਹ ਚਾਹੁੰਦੇ ਨੇ ਭਾਈ ਜੇਠਾ ਜੀ ਨੂੰ, ਜਿਨ੍ਹਾਂ ਨੂੰ ਆਪਾਂ ਗੁਰੂ ਰਾਮਦਾਸ ਜੀ ਦੇ ਨਾਮ ਦੇ ਨਾਲ ਜਾਣਦੇ ਹਾਂ। ਨੈਕਸਟ ਸਲਾਈਡ ਦੇ ਵਿੱਚ ਆਪਾਂ ਹੁਣ ਪੜ੍ਹਾਂਗੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਬਾਰੇ। ਹੁਣ ਆਪਾਂ ਪੜ੍ਹਦੇ ਹਾਂ ਜੀ ਸਿੱਖ ਧਰਮ ਦੇ ਚੌਥੇ ਗੁਰੂ ਬਾਰੇ, ਯਾਨੀ ਕਿ ਸ਼੍ਰੀ ਗੁਰੂ ਰਾਮਦਾਸ ਜੀ ਬਾਰੇ।
ਜੋ ਸ਼੍ਰੀ ਗੁਰੂ ਰਾਮਦਾਸ ਜੀ ਹੈ ਜੀ, ਇਹ 1574 ਈਸਵੀ ਦੇ ਵਿੱਚ ਸਿੱਖਾਂ ਦੇ ਚੌਥੇ ਗੁਰੂ ਬਣਦੇ ਨੇ ਅਤੇ ਇਹਨਾਂ ਦਾ ਜੋ ਮੁੱਢਲਾ ਨਾਮ ਹੁੰਦਾ ਹੈ ਜੀ ਉਹ ਸੀ ਭਾਈ ਜੇਠਾ ਜੀ। ਇਹ ਕਈ ਵਾਰੀ ਪੁੱਛ ਲਏ ਜਾਂਦੇ ਨੇ ਜੀ ਕਿਸੇ ਗੁਰੂ ਦਾ ਮੁੱਢਲਾ ਨਾਮ, ਜਿਵੇਂ ਭਾਈ ਜੇਠਾ ਜੀ ਜਾਂ ਭਾਈ ਲਹਿਣਾ ਜੀ, ਵੀ ਇਹ ਕਿਸ ਗੁਰੂ ਦੇ ਨਾਮ ਨੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਜੋ ਗੁਰੂ ਰਾਮਦਾਸ ਜੀ ਹੈ ਇਹਨਾਂ ਦਾ ਨਾਮ ਸੀ ਭਾਈ ਜੇਠਾ ਜੀ। ਠੀਕ ਹੈ ਜੀ, ਇਹਨਾਂ ਦੇ ਜਨਮ ਸਥਾਨ ਬਾਰੇ ਅਤੇ ਜਨਮ ਸਮੇਂ ਬਾਰੇ ਗੱਲ ਕਰੀਏ ਤਾਂ ਇਹਨਾਂ ਦਾ ਜਨਮ ਹੁੰਦਾ ਹੈ ਜੀ 1534 ਈਸਵੀ ਦੇ ਵਿੱਚ ਚੋਨਾ ਮੰਡੀ ਵਿਖੇ, ਜੋ ਕਿ ਲਾਹੌਰ ਦੇ ਵਿੱਚ ਇੱਕ ਸਥਾਨ ਹੈ। ਜੇਕਰ ਗੱਲ ਕਰੀਏ ਜੀ ਇਹਨਾਂ ਦੇ ਮਾਤਾ ਪਿਤਾ ਕੌਣ ਸੀ, ਤਾਂ ਇਹਨਾਂ ਦੇ ਜੋ ਮਾਤਾ ਸੀ ਜੀ ਉਹਨਾਂ ਦਾ ਨਾਮ ਸੀ ਦਇਆ ਕੌਰ ਜੀ ਅਤੇ ਇਹਨਾਂ ਦੇ ਪਿਤਾ ਦਾ ਨਾਮ ਸੀ ਜੀ ਹਰੀਦਾਸ ਜੀ। ਜੋ ਗੁਰੂ ਸਾਹਿਬ ਹੈ ਜੀ, ਇਹਨਾਂ ਦੀ ਪਤਨੀ ਦਾ ਨਾਮ ਸੀ ਬੀਬੀ ਭਾਨੀ ਜੀ, ਜੋ ਕਿ ਤੀਸਰੇ ਗੁਰੂ ਅਮਰਦਾਸ ਜੀ ਦੀ ਪੁੱਤਰੀ ਹੁੰਦੇ ਨੇ, ਜਿਨ੍ਹਾਂ ਨੂੰ ਜੋ ਅਕਬਰ ਹੈ ਜੋ ਭੂਮੀ ਭੇਟ ਦੇ ਰੂਪ ਵਿੱਚ ਦਿੰਦਾ ਹੈ, ਜਿਸ ਤਰ੍ਹਾਂ ਆਪਾਂ ਪਿਛਲੀ ਸਲਾਈਡ ਦੇ ਵਿੱਚ ਦੇਖਿਆ ਸੀ। ਗੁਰੂ ਰਾਮਦਾਸ ਜੀ ਦੇ ਘਰ 'ਚ 3 ਪੁੱਤਰ ਜਨਮ ਲੈਂਦੇ ਨੇ, ਜਿਸ ਦੇ ਵਿੱਚੋਂ ਪਹਿਲਾ ਸੀ ਪਿਰਥੀ ਚੰਦ, ਦੂਸਰਾ ਹੈ ਜੀ ਮਹਾਦੇਵ ਅਤੇ ਤੀਸਰੇ ਹੁੰਦੇ ਨੇ ਜੀ ਅਰਜਨ ਦੇਵ, ਜੋ ਅੱਗੇ ਜਾ ਕੇ ਗੁਰੂ ਬਣਦੇ ਨੇ। ਇਸ ਲਈ ਆਪਾਂ ਇੱਥੇ ਉਹਨਾਂ ਨੂੰ ਗੁਰੂ ਅਰਜਨ ਦੇਵ ਲਿਖਿਆ ਹੈ, ਜੋ ਕਿ ਸਿੱਖ ਧਰਮ ਦੇ ਵਿੱਚ ਜਾ ਕੇ 5ਵੇਂ ਗੁਰੂ ਬਣਦੇ ਨੇ। ਗੁਰੂ ਸਾਹਿਬ ਜੀ ਦੇ ਜੀਵਨ ਅਤੇ ਇਹਨਾਂ ਦੇ ਪਰਿਵਾਰ ਬਾਰੇ ਪੜ੍ਹਨ ਤੋਂ ਬਾਅਦ ਹੁਣ ਆਪਾਂ ਵੇਖਦੇ ਹਾਂ ਜੀ ਕਿ ਗੁਰੂ ਰਾਮਦਾਸ ਜੀ ਦੇ ਦੁਆਰਾ ਕਿਹੜੇ ਕੰਮ ਕੀਤੇ ਗਏ ਨੇ। ਜੋ ਗੁਰੂ ਰਾਮਦਾਸ ਜੀ ਨੇ ਜੀ, ਇਹਨਾਂ ਨੇ 1577 ਈਸਵੀ ਦੇ ਵਿੱਚ ਜੋ ਅੰਮ੍ਰਿਤਸਰ ਸ਼ਹਿਰ ਹੈ ਜੀ, ਇਸ ਦੀ ਨੀਂਹ ਰੱਖੀ ਸੀ। ਜੋ ਅੰਮ੍ਰਿਤਸਰ ਸ਼ਹਿਰ ਹੈ ਜੀ, ਇਹ ਵਸਾਇਆ ਗਿਆ ਗੁਰੂ ਰਾਮਦਾਸ ਜੀ ਦੇ ਦੁਆਰਾ। ਕਿਹੜੇ ਗੁਰੂ ਦੇ ਦੁਆਰਾ ਕਿਹੜਾ ਸ਼ਹਿਰ ਵਸਾਇਆ ਗਿਆ ਜੀ, ਇਹ ਤੁਸੀਂ ਜ਼ਰੂਰ ਯਾਦ ਰੱਖਣਾ। ਇਸ ਦੇ ਬਾਰੇ ਕਈ ਵਾਰ ਪ੍ਰਸ਼ਨ ਪੁੱਛ ਲਏ ਜਾਂਦੇ ਨੇ। ਜੋ ਅੰਮ੍ਰਿਤਸਰ ਸ਼ਹਿਰ ਹੈ ਜੀ, ਇਸ ਦਾ ਜੋ ਆਰੰਭਿਕ ਨਾਮ ਹੁੰਦਾ ਹੈ, ਜੋ ਸ਼ੁਰੂ ਦੇ ਵਿੱਚ ਇਸ ਦਾ ਨਾਮ ਲਿਆ ਜਾਂਦਾ ਹੈ, ਉਹ ਲਿਆ ਜਾਂਦਾ ਹੈ ਜੀ ਰਾਮਦਾਸਪੁਰਾ, ਜੋ ਕਿ ਗੁਰੂ ਸਾਹਿਬ ਦੇ ਨਾਮ ਦੇ ਉੱਪਰ ਹੀ ਰੱਖਿਆ ਜਾਂਦਾ ਹੈ। ਜੋ ਗੁਰੂ ਰਾਮਦਾਸ ਜੀ ਹੈ ਜੀ, ਇਹਨਾਂ ਦੇ ਦੁਆਰਾ ਰਾਮਦਾਸਪੁਰਾ ਦੇ ਵਿੱਚ ਯਾਨੀ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ 2 ਸਰੋਵਰ ਖੁਦਵਾਏ ਜਾਂਦੇ ਆ ਜੀ, 2 ਸਰੋਵਰ ਬਣਵਾਏ ਜਾਂਦੇ ਆ, ਜਿਸ ਦੇ ਵਿੱਚੋਂ ਪਹਿਲਾ ਹੁੰਦਾ ਹੈ ਜੀ ਸੰਤੋਖਸਰ ਅਤੇ ਦੂਸਰਾ ਹੁੰਦਾ ਹੈ ਜੀ ਅੰਮ੍ਰਿਤਸਰ, ਜਿਸ ਸਰੋਵਰ ਦੇ ਨਾਮ 'ਤੇ ਹੀ ਜਾ ਕੇ ਅੱਗੇ ਪੂਰੇ ਫਿਰ ਸ਼ਹਿਰ ਦਾ ਨਾਮ ਅੰਮ੍ਰਿਤਸਰ ਡਿਸਾਈਡ ਹੁੰਦਾ ਹੈ। ਜੋ ਅੰਮ੍ਰਿਤਸਰ ਸਰੋਵਰ ਹੈ ਜੀ, ਇਸ ਦੇ ਚਾਰੇ ਪਾਸੇ ਜੋ ਬਾਜ਼ਾਰ ਵਸਦਾ ਹੈ ਜੀ, ਜੋ ਬਾਜ਼ਾਰ ਬਣ ਜਾਂਦਾ ਹੈ, ਗੁਰੂ ਕਾ ਬਾਜ਼ਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਕਾ ਬਾਜ਼ਾਰ ਕਿਹਾ ਜਾਂਦਾ ਹੈ ਜੀ, ਅਤੇ ਉਸੇ ਨਾਮ ਨਾਲ ਹੀ ਉਹ ਪ੍ਰਸਿੱਧ ਹੋ ਜਾਂਦਾ ਹੈ। ਇਹ ਸਭ ਕਾਰਜਾਂ ਦੇ ਲਈ, ਯਾਨੀ ਕਿ ਇਹ ਜੋ ਬਾਜ਼ਾਰ ਬਣਵਾਇਆ ਜੀ, ਜੋ ਖੁਦਵਾਈ ਕਰਾਈ ਆ, ਇਹਨਾਂ ਸਭ ਕਾਰਜਾਂ ਦੇ ਲਈ ਹੀ ਜੋ ਗੁਰੂ ਸਾਹਿਬ ਹੈ ਜੀ, ਇਹਨਾਂ ਨੂੰ ਧਨ ਦੀ ਲੋੜ ਸੀ। ਇਸ ਲਈ ਜੇ ਇਹਨਾਂ ਨੂੰ ਪੈਸਾ ਚਾਹੀਦਾ ਸੀ, ਇਹਨਾਂ ਨੇ ਜੋ ਮਸੰਦ ਪ੍ਰਥਾ ਜੀ ਉਹ ਸ਼ੁਰੂ ਕੀਤੀ ਆ। ਇੱਥੇ ਹੁਣ ਆਪਾਂ ਧਿਆਨ ਦਿੰਦੇ ਹਾਂ ਜੀ ਕਿ ਮਸੰਦ ਪ੍ਰਥਾ ਕੀ ਹੁੰਦੀ ਹੈ, ਇਸ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਮਸੰਦ ਬੇਸਿਕਲੀ ਇਹ ਵਿਅਕਤੀ ਹੁੰਦੇ ਸੀ ਜੀ, ਜੋ ਦੂਰ ਜਗ੍ਹਾ 'ਤੇ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ, ਅਤੇ ਜੋ ਸਿੱਖ ਸੰਗਤਾਂ ਜੀ ਉਹ ਆਪਣਾ ਦਸਵੰਧ ਕੱਢਦੀਆਂ ਸੀ, ਯਾਨੀ ਕਿ ਉਹ ਆਪਣੇ ਪੈਸੇ ਦੇ ਵਿੱਚੋਂ ਕੁਝ ਹਿੱਸਾ ਗੁਰੂ ਸਾਹਿਬ ਲਈ ਦਾਨ ਕਰਦੇ ਸੀ। ਅਤੇ ਜੋ ਮਸੰਦ ਹੁੰਦੇ ਸੀ, ਇਹ ਉਹ ਪੈਸੇ ਨੂੰ ਲੋਕਾਂ ਤੋਂ ਇਕੱਠਾ ਕਰਕੇ, ਸੰਗਤਾਂ ਤੋਂ ਇਕੱਠਾ ਕਰਕੇ ਲਿਆ ਕੇ ਗੁਰੂ ਸਾਹਿਬ ਦੇ ਕੋਲੇ ਇਹਨਾਂ ਨੂੰ ਜਮ੍ਹਾਂ ਕਰਵਾਉਂਦੇ ਸੀ, ਤਾਂ ਕਿ ਜੋ ਇਸ ਤਰ੍ਹਾਂ ਦੇ ਜੋ ਪਵਿੱਤਰ ਕਾਰਜ ਹੈ ਜੀ, ਜੋ ਸ਼ਹਿਰ ਵਸਾਉਣੇ ਆ, ਜੋ ਸਰੋਵਰਾਂ ਦੀ ਖੁਦਵਾਈ ਕਰਾਉਣੀ ਆ, ਉਹ ਕੰਮ ਨੂੰ ਪੂਰਾ ਕੀਤਾ ਜਾ ਸਕੇ। ਇਸੇ ਲਈ ਹੀ ਜੋ ਗੁਰੂ ਸਾਹਿਬ ਹੈ ਜੀ, ਗੁਰੂ ਰਾਮਦਾਸ ਜੀ, ਇਹਨਾਂ ਨੇ ਮਸੰਦ ਪ੍ਰਥਾ ਨੂੰ ਸ਼ੁਰੂ ਕੀਤਾ ਸੀ। ਵੈਸੇ ਮਸੰਦ ਦਾ ਜੋ ਸ਼ਾਬਦਿਕ ਅਰਥ ਹੁੰਦਾ ਹੈ, ਉਹ ਹੁੰਦਾ ਹੈ ਜੀ ਉੱਚਾ ਸਥਾਨ। ਜਿਸ ਤਰ੍ਹਾਂ ਜੀ ਆਪਾਂ ਲਾਸਟ ਸਲਾਈਡ ਦੇ ਵਿੱਚ ਗੱਲ ਕਰ ਰਹੇ ਸੀ ਕਿ ਮਸੰਦ ਕੌਣ ਆ, ਉਹ ਕੀ ਕੰਮ ਕਰਦੇ ਸੀ, ਉਸ ਦੇ ਬਾਰੇ ਜੀ ਇਸ ਸਲਾਈਡ ਦੇ ਵਿੱਚ ਕਾਫੀ ਡਿਟੇਲ ਦੇ ਨਾਲ ਦਿੱਤਾ ਗਿਆ ਹੈ। ਜੋ ਮਸੰਦ ਸੀ ਜੀ, ਇਹ ਧਰਮ ਪ੍ਰਚਾਰ ਦੇ ਨਾਲ ਸੰਗਤਾਂ ਪਾਸੋਂ ਧਨ ਪ੍ਰਾਪਤ ਕਰਦੇ ਸੀ। ਜੋ ਸਿੱਖ ਸੰਗਤਾਂ ਜੀ ਦਸਵੰਧ ਕੱਢਦੀਆਂ ਸੀ, ਜੋ ਆਪਣੀ ਸ਼ਰਧਾ ਮੁਤਾਬਕ ਉਹ ਦਾਨ ਕਰਦੀਆਂ ਸੀ, ਉਹ ਗੁਰੂ ਸਾਹਿਬ ਦੇ ਕੋਲ ਉਸ ਪੈਸੇ ਨੂੰ, ਜੋ ਮਸੰਦ ਹੈ ਜੀ, ਉਹ ਇਕੱਠਾ ਕਰਕੇ ਲੈ ਕੇ ਆਉਂਦੇ ਸੀ, ਉਸ ਨੂੰ ਜਮ੍ਹਾਂ ਕਰਵਾਉਂਦੇ ਸੀ, ਅਤੇ ਉਸੇ ਪੈਸੇ ਦੀ ਵਰਤੋਂ ਕਰਕੇ ਜੋ ਗੁਰੂ ਸਾਹਿਬ ਆ ਜੀ, ਇਹ ਵੱਖ ਜੋ ਕਾਰਜ ਜੀ ਉਹਨਾਂ ਨੂੰ ਪੂਰਾ ਕਰਵਾਉਂਦੇ ਸੀ, ਤਾਂ ਇਹ ਉਹ ਧਰਮ ਪ੍ਰਚਾਰ ਦਾ ਹੋਵੇ, ਚਾਹੇ ਉਹ ਕਿਸੇ ਸਥਾਨ ਦੇ ਨਿਰਮਾਣ ਦਾ ਹੋਵੇ। ਇਸ ਤਰ੍ਹਾਂ ਜੋ ਮਸੰਦ ਪ੍ਰਥਾ ਜੀ, ਇਸਨੇ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਪਾਇਆ ਸੀ। ਇੱਥੇ ਹੀ ਇੱਕ ਹੋਰ ਬਹੁਤ ਇੰਪੋਰਟੈਂਟ ਕੰਮ ਹੈ ਜੀ, ਜੋ ਗੁਰੂ ਰਾਮਦਾਸ ਜੀ ਦੇ ਦੁਆਰਾ ਕੀਤਾ ਗਿਆ, ਉਹਨਾਂ ਦੇ ਸਮੇਂ ਦੇ ਵਿੱਚ ਹੋਇਆ ਸੀ। ਇਹ ਸੀ ਜੀ ਸਿੱਖਾਂ ਅਤੇ ਉਦਾਸੀ ਮਤ ਦੇ ਲੋਕਾਂ ਦੇ ਵਿਚਕਾਰ ਸਮਝੌਤਾ। ਜਿਸ ਤਰ੍ਹਾਂ ਆਪਾਂ ਨੇ ਪਹਿਲਾਂ ਪੜ੍ਹਿਆ ਹੈ ਜੀ ਕਿ ਜੋ ਗੁਰੂ ਨਾਨਕ ਦੇਵ ਜੀ ਆ, ਉਹਨਾਂ ਦੇ ਜੋ ਪੁੱਤਰ ਸੀ ਬਾਬਾ ਸ਼੍ਰੀ ਚੰਦ, ਉਹ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਇੱਕ ਅਲੱਗ ਧਰਮ ਚਲਾ ਲੈਂਦੇ ਨੇ, ਇੱਕ ਸੰਪਰਦਾਇ ਚਲਾ ਲੈਂਦੇ ਆ, ਜਿਸ ਨੂੰ ਜੀ ਉਦਾਸੀ ਮਤ ਕਿਹਾ ਜਾਂਦਾ ਹੈ। ਉਹਨਾਂ ਉਦਾਸੀਆਂ ਅਤੇ ਸਿੱਖਾਂ ਦੇ ਵਿਚਕਾਰ ਜੀ ਕੁਝ ਮਿਸਅੰਡਰਸਟੈਂਡਿੰਗ ਹੁੰਦੀ ਹੈ, ਉਹਨਾਂ ਦੀ ਜੋ ਆਈਡੀਓਲੋਜੀ ਹੁੰਦੀ ਹੈ ਥੋੜ੍ਹੀ ਅਲੱਗ ਹੁੰਦੀ ਹੈ। ਪਰ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਵਿੱਚ ਜੋ ਉਦਾਸੀ ਮਤ ਹੁੰਦੀ ਹੈ ਅਤੇ ਜੋ ਸਿੱਖ ਹੁੰਦੇ ਨੇ ਜੀ, ਇਹਨਾਂ ਦੇ ਵਿਚਕਾਰ ਸਮਝੌਤਾ ਹੋ ਜਾਂਦਾ ਹੈ। ਗੁਰੂ ਰਾਮਦਾਸ ਜੀ ਜੋ ਇਹ ਉਦਾਸੀ ਮਤ ਵਾਲੇ ਬਾਬਾ ਹੁੰਦੇ ਨੇ ਜੀ, ਬਾਬਾ ਸ਼੍ਰੀ ਚੰਦ ਜੀ, ਉਹਨਾਂ ਨੂੰ ਸਮਝਾ ਲੈਂਦੇ ਨੇ, ਉਹਨਾਂ ਦੇ ਵਿਚਕਾਰ ਜੋ ਵੀ ਉਹਨਾਂ ਦੇ ਡਿਫਰੈਂਸ ਹੁੰਦੇ ਨੇ ਉਹਨਾਂ ਨੂੰ ਦੂਰ ਕਰ ਦਿੰਦੇ ਨੇ। ਇਸ ਤਰ੍ਹਾਂ ਜੀ ਜੋ ਦੂਸਰੇ ਗੁਰੂ ਸਮੇਂ ਇਹ ਮਤ ਚੱਲਿਆ ਹੁੰਦਾ ਹੈ ਜੀ, ਜੋ ਉਦਾਸੀ ਮਤ ਦੀ ਸਟਾਰਟਿੰਗ ਹੋਈ ਹੁੰਦੀ ਹੈ, ਉਸ ਦਾ ਦੇ ਵਿਚਕਾਰ ਜੀ ਸਮਝੌਤਾ ਹੋ ਜਾਂਦਾ ਹੈ ਗੁਰੂ ਰਾਮਦਾਸ ਜੀ ਦੇ ਸਮੇਂ ਦੇ ਵਿੱਚ ਜਾ ਕੇ।
ਜੋ ਗੁਰੂ ਰਾਮਦਾਸ ਜੀ ਨੇ ਜੀ ਇਹ 1581 ਈਸਵੀ ਦੇ ਵਿੱਚ ਇਹ ਜੋਤੀ ਜੋਤ ਸਮਾ ਜਾਂਦੇ ਨੇ ਅਤੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਜੀ ਜੋ ਇਹ ਸਿੱਖ ਧਰਮ ਦਾ ਅਗਲਾ ਗੁਰੂ ਚਾਹੁੰਦੇ ਨੇ ਉਹ ਚਾਹੁੰਦੇ ਨੇ ਜੀ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ, ਜੋ ਸਿੱਖ ਧਰਮ ਦੇ 5ਵੇਂ ਗੁਰੂ ਬਣਦੇ ਨੇ। ਹੁਣ ਆਪਾਂ ਪੜ੍ਹਦੇ ਹਾਂ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰੇ, ਜੋ 1581 ਈਸਵੀ ਦੇ ਵਿੱਚ ਸਿੱਖ ਧਰਮ ਦੇ 5ਵੇਂ ਗੁਰੂ ਬਣਦੇ ਨੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਹੁੰਦਾ ਹੈ ਜੀ 15 ਅਪ੍ਰੈਲ 1563 ਈਸਵੀ ਦੇ ਵਿੱਚ ਅਤੇ ਇਹ ਹੁੰਦਾ ਹੈ ਜੀ ਗੋਬਿੰਦਵਾਲ ਸਾਹਿਬ ਵਿਖੇ। ਗੁਰੂ ਸਾਹਿਬ ਦੇ ਪਿਤਾ ਦਾ ਨਾਮ ਹੈ ਜੀ ਗੁਰੂ ਰਾਮਦਾਸ ਜੀ ਅਤੇ ਇਹਨਾਂ ਦੀ ਜੋ ਮਾਤਾ ਜੀ ਨੇ ਉਹਨਾਂ ਦਾ ਨਾਮ ਹੁੰਦਾ ਹੈ ਜੀ ਬੀਬੀ ਪਾਨੀ ਜੀ। ਜੋ ਗੁਰੂ ਅਰਜਨ ਦੇਵ ਜੀ ਹੈ ਜੀ ਇਹਨਾਂ ਦੇ ਸਮੇਂ ਜੋ ਅੰਮ੍ਰਿਤਸਰ ਅਤੇ ਸੰਤੋਖਸਰ ਨਾਮਕ ਜੋ ਦੋ ਸਰੋਵਰਾਂ ਦਾ ਕਾਰਜ ਉਹ ਪੂਰਾ ਹੁੰਦਾ ਹੈ। ਜਿਹੜੇ ਕਾਰਜ ਨੂੰ ਸ਼ੁਰੂ ਕੀਤਾ ਗਿਆ ਸੀ ਜੀ ਚੌਥੇ ਗੁਰੂ ਰਾਮਦਾਸ ਜੀ ਦੇ ਦੁਆਰਾ, ਅੰਮ੍ਰਿਤਸਰ ਅਤੇ ਸੰਤੋਖਸਰ ਜੋ ਇਹ ਸਰੋਵਰ ਦੀ ਖੁਦਵਾਈ ਉਹਨਾਂ ਦੇ ਸਮੇਂ ਹੋਈ ਸੀ, ਉਹਦਾ ਕਾਰਜ ਜੋ ਕੰਪਲੀਟ ਹੁੰਦਾ ਹੈ ਜੀ, ਜੋ ਸੰਪੂਰਨ ਹੁੰਦਾ ਹੈ, ਉਹ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਦੇ ਸਮੇਂ। ਇਸ ਤੋਂ ਇਲਾਵਾ ਜੋ ਗੁਰੂ ਅਰਜਨ ਦੇਵ ਜੀ ਨੇ ਜੀ ਇਹਨਾਂ ਦੇ ਦੁਆਰਾ ਵੀ ਇੱਕ ਬਹੁਤ ਹੀ ਮਹੱਤਵਪੂਰਨ ਨਿਰਮਾਣ ਕਾਰਜ ਕੀਤਾ ਜਾਂਦਾ ਹੈ ਜੀ, ਉਹ ਹੁੰਦਾ ਹੈ ਅੰਮ੍ਰਿਤਸਰ ਸਰੋਵਰ ਦੇ ਵਿੱਚ ਹਰਿਮੰਦਰ ਸਾਹਿਬ ਦੀ ਨੀਂਹ ਰੱਖਣਾ, ਜੋ ਕਿ 1588-79 ਈਸਵੀ ਦੇ ਵਿੱਚ ਰੱਖੀ ਜਾਂਦੀ ਹੈ। ਅਤੇ ਜੋ ਇਹ ਅੰਮ੍ਰਿਤਸਰ ਸਾਹਿਬ ਦੀ ਨੀਂਹ ਰੱਖੀ ਜਾਂਦੀ ਹੈ ਜੀ, ਇਹ ਰਖਵਾਈ ਜਾਂਦੀ ਹੈ ਇੱਕ ਮੁਸਲਮਾਨ ਫਕੀਰ ਜਿਨ੍ਹਾਂ ਦਾ ਨਾਮ ਹੁੰਦਾ ਹੈ ਜੀ ਸਾਈ ਮੀਆਂ ਮੀਰ ਜੀ ਦੁਆਰਾ। ਉਹਨਾਂ ਤੋਂ ਜੋ ਨੀਂਹ ਰਖਵਾਉਂਦੇ ਨੇ ਜੀ ਗੁਰੂ ਅਰਜਨ ਦੇਵ ਜੀ ਹਰਿਮੰਦਰ ਸਾਹਿਬ ਦੀ। ਜੇਕਰ ਗੱਲ ਕਰੀਏ ਆਪਾਂ ਹਰਿਮੰਦਰ ਦਾ ਅਰਥ ਕੀ ਹੁੰਦਾ ਹੈ, ਤਾਂ ਇਸ ਦਾ ਜੋ ਸ਼ਾਬਦਿਕ ਅਰਥ ਹੁੰਦਾ ਹੈ ਜੀ ਉਹ ਹੁੰਦਾ ਹੈ ਈਸ਼ਵਰ ਦਾ ਮੰਦਰ। ਜੋ ਹਰਿਮੰਦਰ ਸਾਹਿਬ ਹੈ ਜੀ ਇਸ ਦਾ ਨਿਰਮਾਣ ਕਾਰਜ 1601 ਈਸਵੀ ਦੇ ਵਿੱਚ ਜਾ ਕੇ ਸੰਪੂਰਨ ਹੋ ਜਾਂਦਾ ਹੈ ਅਤੇ ਇਹ ਇੱਕ ਜੀ ਸਿੱਖਾਂ ਦੇ ਪ੍ਰਸਿੱਧ ਧਾਰਮਿਕ ਸਥਾਨ ਦੇ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਅੱਜ ਤੱਕ ਜੀ ਸਿੱਖਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਇੱਕ ਧਾਰਮਿਕ ਅਤੇ ਪ੍ਰਸਿੱਧ ਸਥਾਨ ਸਮਝਿਆ ਜਾਂਦਾ ਹੈ। ਗੁਰੂ ਜੀ ਦੇ ਅਨੁਸਾਰ ਜੀ ਜੋ ਹਰਿਮੰਦਰ ਸਾਹਿਬ ਆ ਇਸ ਦੀ ਯਾਤਰਾ ਕਰਨ ਦੇ ਨਾਲ ਵਿਅਕਤੀ ਨੂੰ 68 ਤੀਰਥ ਸਥਾਨਾਂ ਦੀ ਯਾਤਰਾ ਦੇ ਬਰਾਬਰ ਹੈ ਜੋ ਉਹ ਫਲ ਮਿਲਦਾ ਹੈ, ਉਸ ਦੇ ਬਰਾਬਰ ਹੀ ਇਸ ਦੀ ਇੱਕ ਵਾਰ ਦੀ ਯਾਤਰਾ ਨੂੰ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ ਜੀ ਗੁਰੂ ਅਰਜਨ ਦੇਵ ਜੀ ਨੇ ਕੁਝ ਹੋਰ ਨਗਰ ਵੀ ਵਸਾਏ ਆ, ਜਿਵੇਂ ਕਿ ਕਰਤਾਰਪੁਰ ਸਾਹਿਬ, ਤਰਨਤਾਰਨ ਅਤੇ ਹਰਗੋਬਿੰਦਪੁਰਾ। ਜੋ ਹਰਗੋਬਿੰਦਪੁਰਾ ਹੈ ਜੀ ਇਸ ਨਗਰ ਦੀ ਨੀਂਹ ਰੱਖੀ ਜਾਂਦੀ ਹੈ ਜਦੋਂ ਗੁਰੂ ਸਾਹਿਬ ਦੇ ਘਰ ਹਰਗੋਬਿੰਦ ਨਾਮ ਦਾ ਜੋ ਬੱਚਾ ਹੈ ਜੀ ਉਹ ਜਨਮ ਲੈਂਦਾ ਹੈ। ਠੀਕ ਹੈ ਜੀ, ਉਸ ਆਪਣੇ ਪੁੱਤਰ ਦੇ ਜਨਮ ਦੀ ਖੁਸ਼ੀ ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਹੈ ਜੀ ਉਹ ਹਰਗੋਬਿੰਦਪੁਰਾ ਜੋ ਨਗਰ ਹੈ ਜੀ ਉਸ ਦੀ ਨੀਂਹ ਰੱਖਦੇ ਨੇ ਅਤੇ ਆਪਣੇ ਪੁੱਤਰ ਦਾ ਨਾਮ ਜੀ ਉਹ ਹਰਗੋਬਿੰਦ ਰੱਖਦੇ ਨੇ। ਇਸ ਤੋਂ ਇਲਾਵਾ ਜੋ ਕਰਤਾਰਪੁਰ ਵਸਾਇਆ ਗਿਆ ਸੀ ਜੀ ਉਸ ਦਾ ਸ਼ਾਬਦਿਕ ਅਰਥ ਹੁੰਦਾ ਹੈ ਈਸ਼ਵਰ ਦਾ ਨਗਰ। ਗੁਰੂ ਅਰਜਨ ਦੇਵ ਜੀ ਦੁਆਰਾ ਵਸਾਇਆ ਗਿਆ ਜੋ ਤਰਨਤਾਰਨ ਨਗਰ ਹੈ ਜੀ, ਉਸ ਤਰਨਤਾਰਨ ਸ਼ਬਦ ਦਾ ਅਰਥ ਹੁੰਦਾ ਹੈ ਜੀ ਉਹ ਸਰੋਵਰ ਜਿਸ ਦੇ ਵਿੱਚ ਇਸ਼ਨਾਨ ਕਰਕੇ ਵਿਅਕਤੀ ਭਵ ਸਾਗਰ ਤੋਂ ਤਰ ਜਾਂਦਾ ਹੈ, ਯਾਨੀ ਕਿ ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਉਹ 84 ਲੱਖ ਜੂਨਾਂ ਦੇ ਵਿੱਚੋਂ ਪਾਰ ਹੋ ਜਾਂਦਾ ਹੈ, ਉਸ ਤੋਂ ਉਸ ਦੀ ਮੁਕਤੀ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜੀ ਲਾਹੌਰ ਦੇ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ ਗਿਆ ਸੀ। ਜਿਸ ਤਰ੍ਹਾਂ ਆਪਾਂ ਪੜ੍ਹਿਆ ਸੀ ਜੀ ਕਿ ਜੋ ਗੁਰੂ ਅਮਰਦਾਸ ਜੀ ਸੀ ਜੋ ਤੀਸਰੇ ਗੁਰੂ ਸੀ, ਉਹਨਾਂ ਨੇ ਗੋਇੰਦਵਾਲ ਦੇ ਵਿੱਚ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਵਾਇਆ। ਉਸੇ ਤਰ੍ਹਾਂ ਜੋ ਗੁਰੂ ਅਰਜਨ ਦੇਵ ਜੀ ਹੈ ਜੀ ਇਹਨਾਂ ਦੇ ਦੁਆਰਾ ਲਾਹੌਰ ਦੇ ਵਿੱਚ ਬਾਉਲੀ ਦਾ ਨਿਰਮਾਣ ਕਰਵਾਇਆ ਜਾਂਦਾ ਹੈ। ਕਿਹੜੇ ਗੁਰੂ ਨੇ ਕਿਸ ਜਗ੍ਹਾ 'ਤੇ ਕਿਹੜੀ ਬਾਉਲੀ ਦਾ ਨਿਰਮਾਣ ਕਰਵਾਇਆ ਜੀ ਇਹ ਵੀ ਤੁਸੀਂ ਯਾਦ ਰੱਖੋ, ਇਸ ਦੇ ਬਾਰੇ ਕਈ ਵਾਰ ਪ੍ਰਸ਼ਨ ਆ ਜਾਂਦੇ ਨੇ। ਅਤੇ ਜੋ ਇਹ ਲਾਹੌਰ ਦੀ ਬਾਉਲੀ ਸੀ ਜੀ ਇਸ ਨੂੰ ਸ਼ਾਹਜਹਾਂ ਜੋ ਇੱਕ ਮੁਗਲ ਸ਼ਾਸਕ ਸੀ ਉਸ ਦੇ ਦੁਆਰਾ ਜੀ 1628 ਈਸਵੀ ਦੇ ਵਿੱਚ ਭਰਵਾ ਦਿੱਤਾ ਜਾਂਦਾ ਹੈ। ਠੀਕ ਹੈ ਜੀ, ਉਸ ਨੂੰ ਬੰਦ ਕਰਵਾ ਦਿੱਤਾ ਜਾਂਦਾ ਹੈ ਮਿੱਟੀ ਦੇ ਨਾਲ। ਜੇਕਰ ਆਪਾਂ ਗੱਲ ਕਰੀਏ ਜੀ ਕਿ ਗੁਰੂ ਅਰਜਨ ਦੇਵ ਜੀ ਦੇ ਕਿਹੜੇ ਸਮਕਾਲੀ ਮੁਗਲ ਸ਼ਾਸਕ ਹੋਏ ਆ, ਤਾਂ ਇਹਨਾਂ ਦੇ ਵਿੱਚ ਆ ਜਾਂਦਾ ਹੈ ਜੀ ਅਕਬਰ ਅਤੇ ਜਹਾਂਗੀਰ। ਅਕਬਰ ਤੀਸਰੇ ਗੁਰੂ ਤੋਂ ਲੈ ਕੇ ਜੀ 5ਵੇਂ ਗੁਰੂ ਤੱਕ ਦਾ ਸਮਕਾਲੀ ਹੁੰਦਾ ਹੈ ਅਤੇ 5ਵੇਂ ਗੁਰੂ ਦੇ ਸਮੇਂ ਹੀ ਜੋ ਜਹਾਂਗੀਰ ਹੈ ਜੀ 1605 ਈਸਵੀ ਦੇ ਵਿੱਚ ਉਹ ਆਪਣੀ ਰਾਜਗੱਦੀ ਦੇ ਉੱਪਰ ਬੈਠਦਾ ਹੈ, ਯਾਨੀ ਕਿ ਉਹ ਮੁਗਲ ਸ਼ਾਸਕ ਬਣਦਾ ਹੈ। 1605 ਈਸਵੀ ਦੇ ਵਿੱਚ ਜਦੋਂ ਜਹਾਂਗੀਰ ਨਵਾਂ ਮੁਗਲ ਸ਼ਾਸਕ ਬਣ ਜਾਂਦਾ ਹੈ ਤਾਂ ਉਸ ਤੋਂ ਬਾਅਦ ਜੋ ਮੁਗਲਾਂ ਅਤੇ ਸਿੱਖ ਗੁਰੂਆਂ ਦੇ ਵਿਚਕਾਰ ਜੋ ਸਬੰਧ ਸੀ ਜੀ ਉਹ ਟੋਟਲੀ ਬਦਲ ਜਾਂਦੇ ਆ, ਉਹ ਚੇਂਜ ਹੋ ਜਾਂਦੇ ਆ। ਆਪਾਂ ਨੇ ਜਿਵੇਂ ਕਿ ਵੀਡੀਓ ਦੇ ਵਿੱਚ ਪਹਿਲਾਂ ਪੜ੍ਹ ਲਿਆ ਹੈ ਜੀ ਕਿ ਹਮਾਯੂ ਅਤੇ ਜੋ ਅਕਬਰ ਸੀ ਉਹ ਦੋਨੋਂ ਮੁਗਲ ਸ਼ਾਸਕ ਜੀ ਜੋ ਸਿੱਖ ਗੁਰੂ ਸੀ ਉਹਨਾਂ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ ਸੀ ਅਤੇ ਸਮੇਂ-ਸਮੇਂ 'ਤੇ ਜੀ ਉਹਨਾਂ ਦੇ ਦਰਸ਼ਨ ਕਰਨ ਲਈ ਵੀ ਆਉਂਦੇ ਰਹਿੰਦੇ ਸੀ। ਪਰ ਜਿਵੇਂ ਹੀ ਜਹਾਂਗੀਰ ਗੱਦੀ ਦੇ ਉੱਪਰ ਬੈਠਦਾ ਹੈ ਤਾਂ ਉਹਨਾਂ ਦੇ ਜੀ ਸਿੱਖ ਗੁਰੂਆਂ ਸੰਬੰਧੀ ਜੋ ਉਹਨਾਂ ਦੀ ਸੋਚ ਹੁੰਦੀ ਹੈ, ਜੋ ਉਹਨਾਂ ਦਾ ਨਜ਼ਰੀਆ ਹੁੰਦਾ ਹੈ, ਉਸ ਦੇ ਵਿੱਚ ਬਦਲਾਅ ਆ ਜਾਂਦੇ ਨੇ। ਇਹ ਬਦਲਾਅ ਕਿਵੇਂ ਸਿੱਖ ਧਰਮ ਨੂੰ ਪ੍ਰਭਾਵਿਤ ਕਰਦੇ ਨੇ, ਕੀ ਇਸ ਦੇ ਨਾਲ ਬਦਲਾਅ ਆਉਂਦੇ ਨੇ ਜੀ, ਇਹ ਹੁਣ ਸਾਰਾ ਕੁਝ ਆਪਾਂ ਇਸ ਸਲਾਈਡ ਦੇ ਵਿੱਚ ਪੜ੍ਹਾਂਗੇ। ਜਦੋਂ ਜਹਾਂਗੀਰ 1605 ਈਸਵੀ ਦੇ ਵਿੱਚ ਗੱਦੀ ਦੇ ਉੱਪਰ ਬੈਠਦਾ ਹੈ ਤਾਂ ਉਸ ਸਮੇਂ ਜੋ ਜਹਾਂਗੀਰ ਦਾ ਪੁੱਤਰ ਹੁੰਦਾ ਹੈ ਜੀ ਜਿਸ ਦਾ ਨਾਮ ਸੀ ਖੁਸਰੋ, ਉਹ ਆਪਣੇ ਪਿਤਾ ਦੇ ਖਿਲਾਫ ਵਿਦਰੋਹ ਕਰ ਦਿੰਦਾ ਹੈ, ਯਾਨੀ ਕਿ ਜਹਾਂਗੀਰ ਦੇ ਖਿਲਾਫ ਉਹ ਗੱਦੀ ਲਈ ਵਿਦਰੋਹ ਕਰਦਾ ਹੈ।
ਇਸੇ ਸਮੇਂ ਕੀ ਹੁੰਦਾ ਹੈ ਜੀ ਕਿ ਜੋ ਖੁਸਰੋ ਹੁੰਦਾ ਹੈ ਉਹ ਗੁਰੂ ਅਰਜਨ ਦੇਵ ਜੀ ਦੇ ਕੋਲ ਚਲਾ ਜਾਂਦਾ ਹੈ ਉਹਨਾਂ ਦੇ ਦਰਸ਼ਨ ਕਰਨ ਅਤੇ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦਾ ਹੈ। ਇਸੇ ਗੱਲ ਨੂੰ ਆਧਾਰ ਬਣਾ ਕੇ ਜੋ ਜਹਾਂਗੀਰ ਦੇ ਦਰਬਾਰੀ ਹੁੰਦੇ ਆ ਜੀ, ਜੋ ਪਹਿਲਾਂ ਹੀ ਸਿੱਖ ਗੁਰੂਆਂ ਦੇ ਨਾਲ ਨਫ਼ਰਤ ਕਰਦੇ ਹੁੰਦੇ ਆ, ਉਹ ਜਹਾਂਗੀਰ ਨੂੰ ਜੀ ਗੁਰੂਆਂ ਸਾਹਿਬ ਦੇ ਖਿਲਾਫ ਭੜਕਾਉਂਦੇ ਆ ਅਤੇ ਉਹ ਇਸ ਤਰ੍ਹਾਂ ਪੇਸ਼ ਕਰਦੇ ਆ ਸਾਰੀ ਗੱਲ ਨੂੰ ਜਿਵੇਂ ਕਿ ਜੋ ਸਿੱਖ ਗੁਰੂ ਆ ਉਹ ਖੁਸਰੋ ਦੀ ਸਹਾਇਤਾ ਕਰ ਰਹੇ ਹੋਣ ਜਹਾਂਗੀਰ ਨੂੰ ਗੱਦੀ ਤੋਂ ਉਤਾਰਨ ਲਈ। ਇਸ ਲਈ ਜੋ ਜਹਾਂਗੀਰ ਹੁੰਦਾ ਹੈ ਜੀ ਉਹ ਵੀ ਸਿੱਖ ਗੁਰੂਆਂ ਦੇ ਨਾਲ ਨਫ਼ਰਤ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਕਾਰਨ ਜੀ 16 ਜੂਨ 1606 ਈਸਵੀ ਨੂੰ ਲਾਹੌਰ ਦੇ ਵਿੱਚ ਜੋ ਗੁਰੂ ਸਾਹਿਬ ਹੁੰਦੇ ਆ ਜੀ ਗੁਰੂ ਅਰਜਨ ਦੇਵ ਜੀ, ਉਹਨਾਂ ਨੂੰ ਜਹਾਂਗੀਰ ਦੇ ਦੁਆਰਾ ਜੀ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਤੁਸੀਂ ਆ ਫੋਟੋ ਦੇ ਵਿੱਚ ਵੀ ਦੇਖ ਰਹੇ ਹੋ ਜੀ, ਗੁਰੂ ਸਾਹਿਬ ਨੂੰ ਤੱਤੀ ਤਵੀ ਦੇ ਉੱਪਰ ਬਿਠਾਇਆ ਜਾਂਦਾ ਹੈ, ਨੀਚੇ ਅੱਗ ਮਚਾਈ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤਸੀਹੇ ਦਿੱਤੇ ਜਾਂਦੇ ਆ ਅਤੇ ਇਹਨਾਂ ਤਸੀਹਿਆਂ ਦੇ ਕਾਰਨ ਕੀ ਹੁੰਦਾ ਹੈ ਜੀ ਕਿ ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਆ ਉਹ ਸ਼ਹੀਦ ਹੋ ਜਾਂਦੇ ਆ 16 ਜੂਨ 1606 ਈਸਵੀ ਨੂੰ। ਇਸੇ ਤਰ੍ਹਾਂ ਜੋ ਗੁਰੂ ਅਰਜਨ ਦੇਵ ਜੀ ਆ ਜੀ ਇਹ ਸਿੱਖ ਧਰਮ ਦੇ ਪਹਿਲੇ ਸ਼ਹੀਦ ਬਣਦੇ ਨੇ। ਇਹਨਾਂ ਤੋਂ ਪਹਿਲਾਂ ਕੋਈ ਵੀ ਸਿੱਖ ਧਰਮ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਨ ਵਾਲਾ ਵਿਅਕਤੀ ਨਹੀਂ ਹੁੰਦਾ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਇਹ ਜੋ ਸ਼ਹੀਦੀ ਹੁੰਦੀ ਹੈ ਜੀ, ਇਸ ਦੇ ਨਾਲ ਜੋ ਸਿੱਖ ਧਰਮ ਆ ਇਸ ਦੇ ਸਰੂਪ ਦੇ ਵਿੱਚ ਬਹੁਤ ਜ਼ਿਆਦਾ ਬਦਲਾਵ ਆਉਂਦੇ ਨੇ। ਇਹਨਾਂ ਤੋਂ ਬਾਅਦ ਜੋ ਗੁਰੂ ਹੁੰਦੇ ਨੇ ਜੀ, ਜੋ ਗੁਰੂ ਹਰਗੋਬਿੰਦ ਜੀ 6ਵੇਂ ਗੁਰੂ ਬਣਦੇ ਨੇ, ਜੋ ਗੁਰੂ ਅਰਜਨ ਦੇਵ ਜੀ ਦੇ ਬੇਟੇ ਹੁੰਦੇ ਨੇ ਜੀ, ਉਹਨਾਂ ਨੇ ਜਦੋਂ ਇਹ ਸਾਰੀ ਘਟਨਾ ਨੂੰ ਉਹ ਦੇਖਦੇ ਨੇ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਮੁਗਲਾਂ ਦੇ ਦੁਆਰਾ ਐਡਾ ਇੱਕ ਗਲਤ ਕਦਮ ਚੱਕਿਆ ਗਿਆ, ਇੱਕ ਵਿਅਕਤੀ ਨੂੰ, ਇੱਕ ਮਹਾਨ ਵਿਅਕਤੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ, ਤਾਂ ਉਸ ਤੋਂ ਬਾਅਦ ਉਹਨਾਂ ਨੂੰ ਇਹ ਚੀਜ਼ ਸਮਝ ਆ ਜਾਂਦੀ ਹੈ ਕਿ ਆਪਣੀ ਰੱਖਿਆ ਲਈ ਹੁਣ ਉਹਨਾਂ ਨੂੰ ਹਥਿਆਰ ਵੀ ਚੱਕਣੇ ਪੈਣਗੇ। ਅਤੇ ਇਸ ਤੋਂ ਬਾਅਦ ਜੋ ਸਿੱਖ ਧਰਮ ਹੁੰਦਾ ਹੈ ਜੀ, ਇਸ ਦੇ ਵਿੱਚ ਸੈਨਾ ਰੱਖਣੀ, ਸੈਨਿਕ ਸ਼ਕਤੀ ਦੇਣੀ ਅਤੇ ਆਪਣੇ ਆਪ ਨੂੰ ਜੀ ਸਰੀਰਕ ਤੌਰ 'ਤੇ ਤਕੜਾ ਕਰਨ ਦੀ ਜੋ ਸਾਰੀ ਇਹ ਕਾਰਵਾਈ ਹੁੰਦੀ ਹੈ ਜੀ, ਇਹ ਸ਼ੁਰੂ ਹੋ ਜਾਂਦੀ ਹੈ। ਅਤੇ ਇਸ ਤੋਂ ਬਾਅਦ ਜੋ ਸਿੱਖ ਧਰਮ ਆ ਉਹ ਕੇਵਲ ਇੱਕ ਅਧਿਆਤਮਿਕ ਪੱਖ ਤੱਕ ਨਹੀਂ ਰਹਿ ਜਾਂਦਾ, ਉਸ ਦਾ ਇੱਕ ਸੈਨਿਕ ਪੱਖ ਵੀ ਸਾਹਮਣੇ ਆਉਂਦਾ ਹੈ, ਜਿਸ ਨੂੰ ਜੀ ਆਪਾਂ ਨੈਕਸਟ ਵੀਡੀਓ ਦੇ ਵਿੱਚ ਬਹੁਤ ਡਿਟੇਲ ਨਾਲ ਗੱਲ ਕਰਾਂਗੇ। ਜੋ ਆਪਣੀ ਨੈਕਸਟ ਵੀਡੀਓ ਆਏਗੀ ਜੀ ਉਸ ਦੇ ਵਿੱਚ ਆਪਾਂ 6ਵੇਂ ਗੁਰੂ ਸਾਹਿਬ ਤੋਂ ਲੈ ਕੇ 9ਵੇਂ ਗੁਰੂ ਸਾਹਿਬ ਤੱਕ ਸਾਰੀ ਡਿਟੇਲ ਨਾਲ ਪੜ੍ਹਾਂਗੇ ਅਤੇ ਗੁਰੂ ਗੋਬਿੰਦ ਸਿੰਘ ਜੀ ਬਾਰੇ ਆਪਣੀ ਇੱਕ ਅਲੱਗ ਤੋਂ ਵੀਡੀਓ ਆਵੇਗੀ। 3 ਵੀਡੀਓਜ਼ ਦੇ ਵਿੱਚ ਜੀ ਆਪਾਂ ਗੁਰੂ ਸਾਹਿਬ ਦਾ ਜੋ ਇਤਿਹਾਸ ਆ, ਜਿਨ੍ਹਾਂ ਦੇ ਬਾਰੇ ਆਪਾਂ ਨੂੰ ਪ੍ਰਸ਼ਨ ਪੁੱਛੇ ਜਾਂਦੇ ਆ, ਉਹ ਸਾਰਾ ਆਪਾਂ ਕੰਪਲੀਟ ਕਰ ਲਵਾਂਗੇ। ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜੀ ਇੱਕ ਹੋਰ ਬਹੁਤ ਮਹਾਨ ਕਾਰਜ ਕੀਤਾ ਗਿਆ, ਜੋ ਕਿ ਸੀ ਜੀ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਾਉਣਾ, ਯਾਨੀ ਕਿ ਆਦਿ ਗ੍ਰੰਥ ਸਾਹਿਬ ਦੀ ਰਚਨਾ ਕਰਵਾਉਣਾ। ਜੋ ਆਦਿ ਗ੍ਰੰਥ ਸਾਹਿਬ ਹੈ ਜੀ, ਇਹ ਸਿੱਖ ਧਰਮ ਦਾ ਆਪਾਂ ਕਹਿ ਸਕਦੇ ਹਾਂ ਕਿ ਇੱਕ ਪਹਿਲਾ ਜੋ ਧਾਰਮਿਕ ਗ੍ਰੰਥ ਸੀ, ਜਿਸ ਦੇ ਵਿੱਚ ਜੀ ਸਾਰੇ ਗੁਰੂ ਸਾਹਿਬਾਨ, ਜੋ ਪਹਿਲੇ 5 ਗੁਰੂ ਸਾਹਿਬਾਨ ਹੋਏ ਆ ਜੀ, ਉਹਨਾਂ ਦੀ ਬਾਣੀ ਨੂੰ ਦਰਜ ਕੀਤਾ ਗਿਆ ਸੀ। ਕਿਉਂਕਿ ਇਸ ਸਮੇਂ ਤੱਕ ਜੋ ਬਹੁਤ ਸਾਰੇ ਲੋਕ ਸੀ ਜੋ ਆਪਣੇ ਕੋਲੋਂ ਵੀ ਬਾਣੀ ਲਿਖ ਕੇ ਉਹਨਾਂ ਨੂੰ ਇੱਦਾਂ ਪੇਸ਼ ਕਰਦੇ ਸੀ ਕਿ ਇਹ ਗੁਰੂ ਸਾਹਿਬ ਦੇ ਦੁਆਰਾ ਲਿਖੀ ਗਈ ਹੈ। ਇਹਨਾਂ ਅਸ਼ੁੱਧੀਆਂ ਨੂੰ ਹਟਾਉਣ ਲਈ ਜੇ ਜ਼ਰੂਰੀ ਹੋ ਗਿਆ ਸੀ ਕਿ ਇੱਕ ਗ੍ਰੰਥ ਦਾ ਸੰਕਲਨ ਕੀਤਾ ਜਾਵੇ, ਜੋ ਕਿ ਗੁਰੂ ਸਾਹਿਬ ਦੁਆਰਾ ਜੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤਾ ਜਾਂਦਾ ਹੈ ਆਦਿ ਗ੍ਰੰਥ ਸਾਹਿਬ ਦੇ ਸੰਕਲਨ ਦੇ ਰੂਪ ਵਿੱਚ। ਜੋ ਆਦਿ ਗ੍ਰੰਥ ਸਾਹਿਬ ਹੈ ਜੀ, ਇਸ ਨੂੰ ਲਿਖਣ ਦਾ ਜੋ ਕਾਰਜ ਕੀਤਾ ਗਿਆ, ਇਹ ਕੀਤਾ ਗਿਆ ਜੀ ਭਾਈ ਗੁਰਦਾਸ ਜੀ ਦੁਆਰਾ। ਗੁਰੂ ਸਾਹਿਬ ਨੇ ਸੰਕਲਨ ਕਰਵਾਇਆ ਸੀ, ਪਰ ਜਿਨ੍ਹਾਂ ਦੇ ਦੁਆਰਾ ਇਹ ਨੋਟ ਕੀਤਾ ਗਿਆ ਉਹਨਾਂ ਦਾ ਨਾਮ ਹੈ ਜੀ ਭਾਈ ਗੁਰਦਾਸ ਜੀ। ਇਹ ਤੁਸੀਂ ਜ਼ਰੂਰ ਯਾਦ ਰੱਖ ਲੈਣਾ, ਕਈ ਵਾਰ ਇਸ ਦੇ ਰਿਲੇਟਡ ਪ੍ਰਸ਼ਨ ਆਪਣੇ ਤੋਂ ਪੁੱਛ ਲਏ ਜਾਂਦੇ ਆ। ਜੋ ਆਦਿ ਗ੍ਰੰਥ ਸਾਹਿਬ ਆ ਜੀ, ਇਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਪਹਿਲੇ 5 ਗੁਰੂਆਂ ਦੀ ਬਾਣੀ ਸ਼ਾਮਿਲ ਕੀਤੀ ਸੀ, ਜਿਨ੍ਹਾਂ ਦੇ ਵਿੱਚ 4 ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਅਤੇ 5ਵੇਂ ਗੁਰੂ ਅਰਜਨ ਦੇਵ ਜੀ ਸੀ। ਇਹ 5 ਸਿੱਖ ਗੁਰੂਆਂ ਦੀ ਬਾਣੀ ਇਸ ਦੇ ਵਿੱਚ ਦਰਜ ਹੈ। ਇਸ ਤੋਂ ਇਲਾਵਾ ਜੀ ਕਈ ਹੋਰ ਭਗਤਾਂ ਅਤੇ ਸੰਤਾਂ ਦੀ ਬਾਣੀ ਨੂੰ ਵੀ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਹ ਇਕਲੌਤਾ ਅਜਿਹਾ ਜੀ ਆਪਾਂ ਕਹਿ ਸਕਦੇ ਹਾਂ ਕਿ ਧਾਰਮਿਕ ਗ੍ਰੰਥ ਹੈ, ਜਿਸ ਦੇ ਵਿੱਚ ਹੋਰ ਜਿਹੜੇ ਅਲੱਗ-ਅਲੱਗ ਧਰਮਾਂ ਦੇ ਵਿਅਕਤੀ ਸੀ, ਕੋਈ ਸੰਤ ਸੀ, ਭਗਤ ਸੀ, ਉਹਨਾਂ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਠੀਕ ਹੈ ਜੀ, ਕਿਉਂਕਿ ਜੋ ਸਿੱਖ ਧਰਮ ਹੈ ਇਹ ਮੰਨਦਾ ਹੈ ਕਿ ਪਰਮਾਤਮਾ ਇੱਕ ਹੈ ਅਤੇ ਸਾਰਿਆਂ ਦਾ ਜੋ ਮੰਨਣ ਦਾ ਵੇ ਹੈ ਜੀ ਉਹ ਅਲੱਗ-ਅਲੱਗ ਹੈ। ਇਸੇ ਲਈ ਇਹਨਾਂ ਦੇ ਵਿੱਚ ਜੋ ਸੰਤਾਂ ਅਤੇ ਹੋਰ ਭਗਤਾਂ ਦੀ ਬਾਣੀ ਨੂੰ ਵੀ ਜਗ੍ਹਾ ਦਿੱਤੀ ਗਈ ਸੀ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੀ। ਜੋ ਆਦਿ ਗ੍ਰੰਥ ਸਾਹਿਬ ਹੈ ਜੀ, ਇਸ ਦੇ ਸੰਕਲਨ ਦਾ ਜੋ ਕਾਰਜ ਪੂਰਾ ਹੋਇਆ ਹੈ, ਇਹ ਹੋਇਆ ਹੈ ਜੀ 1604 ਈਸਵੀ ਦੇ ਵਿੱਚ। 1604 ਈਸਵੀ ਦੇ ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਰਨ ਤੋਂ ਬਾਅਦ ਸਤੰਬਰ 1604 ਵਿੱਚ ਹੀ ਜੋ ਆਦਿ ਗ੍ਰੰਥ ਸਾਹਿਬ ਹੈ ਜੀ, ਇਸ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਇਸ ਦਾ ਪ੍ਰਕਾਸ਼ ਕੀਤਾ ਜਾਂਦਾ ਹੈ। ਅਤੇ ਪ੍ਰਕਾਸ਼ ਕਰਨ ਸਮੇਂ ਜੋ ਹੈੱਡ ਗ੍ਰੰਥੀ ਚੁਣਿਆ ਜਾਂਦਾ ਹੈ ਜੀ, ਇਹ ਚੁਣਿਆ ਜਾਂਦਾ ਹੈ ਬਾਬਾ ਬੁੱਢਾ ਜੀ ਨੂੰ। ਹੁਣ ਆਪਾਂ ਜਾਣਦੇ ਹਾਂ ਜੀ ਕਿ ਆਦਿ ਗ੍ਰੰਥ ਸਾਹਿਬ ਦੇ ਵਿੱਚ ਕਿਹੜੇ ਗੁਰੂ ਸਾਹਿਬ ਦੇ ਦੁਆਰਾ ਕਿੰਨੇ ਰਚੇ ਸ਼ਬਦਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਗੁਰੂ ਨਾਨਕ ਦੇਵ ਜੀ ਦੇ ਦੁਆਰਾ ਜੀ ਰਚੇ ਗਏ 976 ਸ਼ਬਦਾਂ ਨੂੰ ਆਦਿ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸੇ ਤਰ੍ਹਾਂ ਜੋ ਦੂਸਰੇ ਗੁਰੂ ਸਾਹਿਬਾਨ ਹੈ ਜੀ, ਗੁਰੂ ਅੰਗਦ ਦੇਵ ਜੀ, ਇਹਨਾਂ ਦੇ ਦੁਆਰਾ ਜੋ 62 ਸ਼ਬਦ ਰਚੇ ਗਏ ਆ ਜੀ, ਉਹਨਾਂ ਨੂੰ ਆਦਿ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤਾ ਗਿਆ। ਗੁਰੂ ਅਮਰਦਾਸ ਜੀ ਦੇ ਦੁਆਰਾ 907 ਸ਼ਬਦਾਂ ਨੂੰ ਜੋ ਰਚੇ ਗਏ ਸੀ, ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਜੀ ਇਸ ਗ੍ਰੰਥ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜੋ ਸ਼੍ਰੀ ਗੁਰੂ ਰਾਮਦਾਸ ਜੀ ਆ ਜੀ, ਇਹਨਾਂ ਦੇ ਦੁਆਰਾ ਰਚੇ ਗਏ 679 ਸ਼ਬਦਾਂ ਨੂੰ
ਆਦਿ ਗ੍ਰੰਥ ਸਾਹਿਬ ਦੇ ਵਿੱਚ ਜਗ੍ਹਾ ਦਿੱਤੀ ਗਈ ਹੈ ਅਤੇ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਜੀ 2216 ਸ਼ਬਦ ਹੈ ਜੋ ਉਹਨਾਂ ਨੂੰ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੋ ਆਦਿ ਗ੍ਰੰਥ ਸਾਹਿਬ ਹੈ ਜੀ ਇਸ ਦੇ ਵਿੱਚ ਪੰਜਾਬੀ, ਮਰਾਠੀ, ਗੁਜਰਾਤੀ ਅਤੇ ਫਾਰਸੀ ਜੋ ਭਾਸ਼ਾਵਾਂ ਜੀ ਇਹਨਾਂ ਨੂੰ ਦਰਜ ਕੀਤਾ ਗਿਆ ਹੈ। ਪਰ ਉਹਨਾਂ ਨੂੰ ਜੋ ਲਿਖਣ ਦੀ ਲਿਪੀ ਹੈ ਜੀ ਉਹ ਲਿਪੀ ਗੁਰਮੁਖੀ ਲਿਪੀ ਹੈ, ਜਿਸ ਦੇ ਵਿੱਚ ਪੰਜਾਬੀ ਲਿਖੀ ਜਾਂਦੀ ਹੈ, ਪਰ ਜੋ ਸ਼ਬਦ ਹੈ ਉਹਨਾਂ ਦੀ ਲੈਂਗੁਏਜ ਅਲੱਗ-ਅਲੱਗ ਹੈ, ਜਿਵੇਂ ਕੋਈ ਮਰਾਠੀ ਦੇ ਵਿੱਚ ਆ, ਕੋਈ ਗੁਜਰਾਤੀ ਅਤੇ ਕੋਈ ਫਾਰਸੀ ਦੇ ਵਿੱਚ ਵੀ ਹੈਗੇ ਨੇ ਜੋ ਆਦਿ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਦੇ ਦੁਆਰਾ ਸ਼ਾਮਿਲ ਕੀਤੇ ਗਏ ਸੀ। ਸ਼ਬਦਾਂ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਜੀ ਰਾਗਾਂ ਦੀ, ਤਾਂ ਆਦਿ ਗ੍ਰੰਥ ਸਾਹਿਬ ਦੇ ਜੀ ਕੁੱਲ 31 ਰਾਗ ਨੇ। ਬਹੁਤ ਸਾਰੇ ਸਟੂਡੈਂਟ ਇਸ ਗੱਲ 'ਤੇ ਕਨਫਿਊਜ਼ ਹੁੰਦੇ ਆ ਜੀ ਕਿ ਆਦਿ ਗ੍ਰੰਥ ਸਾਹਿਬ ਕੀ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਹੈ, ਇਹ ਅਲੱਗ-ਅਲੱਗ ਨੇ ਜਾਂ ਇਹ ਇੱਕ ਹੀ ਹੈ। ਇਸ ਦੀ ਕਨਫਿਊਜ਼ਨ ਜੀ ਤੁਹਾਨੂੰ ਹੁਣ ਇੱਥੇ ਦੂਰ ਹੋ ਜਾਏਗੀ। ਜੋ ਆਦਿ ਗ੍ਰੰਥ ਸਾਹਿਬ ਹੈ ਜੀ ਇਸੇ ਨੂੰ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ 1708 ਈਸਵੀ ਦੇ ਵਿੱਚ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਵਿਖੇ ਜੀ ਇਸ ਨੂੰ ਗੁਰੂ ਘੋਸ਼ਿਤ ਕੀਤਾ ਜਾਂਦਾ ਹੈ। ਆਪਾਂ ਨੂੰ ਪਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕੋਈ ਵੀ ਦੇਹਧਾਰੀ ਗੁਰੂ ਸਿੱਖ ਧਰਮ ਦੇ ਵਿੱਚ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੇ 1708 ਈਸਵੀ ਦੇ ਵਿੱਚ ਜੋ ਆਦਿ ਗ੍ਰੰਥ ਸਾਹਿਬ ਹੈ ਜੀ ਇਸੇ ਨੂੰ ਅਗਲਾ ਗੁਰੂ ਘੋਸ਼ਿਤ ਕੀਤਾ ਸੀ ਅਤੇ ਉਸ ਦਿਨ ਤੋਂ ਬਾਅਦ ਜੀ ਆਦਿ ਗ੍ਰੰਥ ਸਾਹਿਬ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੀ ਇਸ ਤੋਂ ਇਲਾਵਾ ਇੱਕ 9ਵੇਂ ਗੁਰੂ ਸਾਹਿਬ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਆਪਾਂ ਨੇ ਵੇਖਿਆ ਸੀ ਕਿ ਜਿੰਨਾ ਟਾਈਮ ਇਹ ਆਦਿ ਗ੍ਰੰਥ ਸਾਹਿਬ ਸੀ ਯਾਨੀ ਕਿ ਗੁਰੂ ਅਰਜਨ ਦੇਵ ਜੀ ਦੇ ਸੰਕਲਨ ਵੇਲੇ ਇਸ ਵਿੱਚ ਸਿਰਫ ਪਹਿਲੇ 5 ਸਿੱਖ ਗੁਰੂਆਂ ਦੀ ਬਾਣੀ ਹੀ ਸ਼ਾਮਿਲ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦੇ ਵਿੱਚ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਸ਼ਾਮਿਲ ਕੀਤਾ ਸੀ ਅਤੇ ਇਸ ਤੋਂ ਬਾਅਦ ਹੀ ਜੀ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਗਿਆ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਨਾਲ ਜਾਣਿਆ ਗਿਆ। ਜੇਕਰ ਗੱਲ ਕਰੀਏ ਜੀ ਆਪਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਪੰਨੇ ਕਿੰਨੇ ਨੇ, ਕੁੱਲ ਅੰਗ ਕਿੰਨੇ ਨੇ, ਤਾਂ ਇਹਨਾਂ ਦੀ ਗਿਣਤੀ ਹੈ ਜੀ 1430। ਇਹ ਪ੍ਰਸ਼ਨ ਕਾਫੀ ਵਾਰ ਪੁੱਛਿਆ ਜਾਂਦਾ ਹੈ, ਇਸ ਨੂੰ ਤਾਂ ਤੁਸੀਂ ਜ਼ਰੂਰ ਯਾਦ ਰੱਖਣਾ। ਜੇਕਰ ਗੱਲ ਕਰੀਏ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਆਰੰਭਿਕ ਬਾਣੀ ਹੈ ਤਾਂ ਉਹ ਕਿਹੜੀ ਹੈ, ਉਹ ਹੈ ਜੀ ਜਪਜੀ ਸਾਹਿਬ, ਜਿਸ ਦੀ ਰਚਨਾ ਕੀਤੀ ਗਈ ਸੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ, ਜੋ ਸਿੱਖਾਂ ਦੇ ਪਹਿਲੇ ਗੁਰੂ ਸੀ। ਜੋ ਜਪਜੀ ਸਾਹਿਬ ਆ ਜੀ ਇਸ ਦੀ ਪੌੜੀਆਂ ਦੀ ਗਿਣਤੀ ਹੈ ਜੀ 38 ਪੌੜੀਆਂ ਜੀ ਜਪਜੀ ਸਾਹਿਬ ਦੇ ਵਿੱਚ। ਇੱਥੇ ਹੀ ਅੱਜ ਦੀ ਆਪਣੀ ਜੋ ਵੀਡੀਓ ਹੈ ਜੀ ਇਹ ਸਮਾਪਤ ਹੁੰਦੀ ਹੈ। ਮੈਂ ਆਸ ਕਰਦਾ ਜੀ ਕਿ ਤੁਹਾਨੂੰ ਵਧੀਆ ਤਰੀਕੇ ਅੱਜ ਦੀ ਵੀਡੀਓ ਸਮਝ ਆਈ ਹੋਏਗੀ, ਤੁਹਾਡੇ ਲਈ ਬੈਨੀਫਿਸ਼ੀਅਲ ਰਹੇਗੀ। ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਸਾਰੇ ਹੀ ਆਪਣੇ ਫਰੈਂਡਸ ਨੂੰ ਜੀ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ। ਵੀਡੀਓ ਨੂੰ ਸ਼ੇਅਰ ਕਰਨ ਦੇ ਨਾਲ ਜੀ ਹੁਣ ਤੁਸੀਂ ਪੰਜਾਬ ਐਜੂਕੇਸ਼ਨ ਚੈਨਲ ਨੂੰ ਟੈਲੀਗ੍ਰਾਮ 'ਤੇ ਵੀ ਫੋਲੋ ਕਰ ਲਓ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਤੇ ਪਿੰਨ ਕਮੈਂਟ ਦੇ ਵਿੱਚ ਵੀ ਮਿਲ ਜਾਏਗਾ। ਉਹ ਦੋਨਾਂ ਲਿੰਕ ਤੋਂ ਜੀ ਤੁਸੀਂ ਕਲਿੱਕ ਕਰਕੇ ਪੰਜਾਬ ਐਜੂਕੇਸ਼ਨ ਚੈਨਲ ਨੂੰ ਟੈਲੀਗ੍ਰਾਮ ਐਪ 'ਤੇ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ ਸਾਰੀਆਂ ਹੀ ਵੀਡੀਓਜ਼ ਦੇ ਜੋ PDF ਆ ਜੀ ਉਹ ਫ੍ਰੀ ਆਫ ਕਾਸਟ ਮਿਲ ਜਾਣਗੇ। ਸਿੱਖ ਗੁਰੂ ਸਾਹਿਬਾਂ ਦੇ ਬਾਰੇ ਜੀ ਆਪਣੀਆਂ 2 ਵੀਡੀਓਜ਼ ਅੱਜ ਔਰ ਆਉਣਗੀਆਂ, ਜਿਸ ਦੇ ਵਿੱਚ ਆਪਾਂ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ 6ਵੇਂ ਗੁਰੂ ਸਾਹਿਬ ਤੋਂ ਲੈ ਕੇ 9ਵੇਂ ਗੁਰੂ ਸਾਹਿਬ ਤੱਕ ਅਤੇ 10ਵੇਂ ਗੁਰੂ ਯਾਨੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਾਰੇ ਇੱਕ ਸੈਪਰੇਟ ਵੀਡੀਓ ਆਏਗੀ। ਇਹਨਾਂ 3 ਵੀਡੀਓਜ਼ ਦੇ ਵਿੱਚ ਜੀ ਆਪਾਂ ਜੋ ਸਿੱਖ ਧਰਮ ਦੇ ਗੁਰੂ ਹੋਏ ਆ ਉਹਨਾਂ ਦੇ ਇਤਿਹਾਸ ਨੂੰ, ਉਹਨਾਂ ਦੇ ਬਾਰੇ ਜੋ ਪ੍ਰਸ਼ਨ ਪੁੱਛੇ ਜਾਂਦੇ ਆ ਉਹ ਸਾਰਿਆਂ ਨੂੰ ਆਪਾਂ ਕੰਪਲੀਟ ਕਰ ਲਵਾਂਗੇ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਜੀ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ।